ਧੰਨ ਵਾਹਿਗੁਰੂ। ਧੰਨ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਗਰੀਬ ਨਿਵਾਜ, ਗੁਰੂ ਗਰੀਬ ਨਿਵਾਜ। ਧੰਨ ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨੇੜੇ ਕਰੋ ਸਾਊਂਡ ਜਰਾ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਮੰਡੋਲੋ ਨਾ ਹਮ ਗਿਰਤੇ ਹਾਂ। ਨਾ ਤੁਮ ਮੰਡੋਲੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹੇ। ਨਾਨਕ ਅੰਮ੍ਰਿਤ ਏਕ ਹੈ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ। ਤਿਨੀ ਪੀਤਾ ਰੰਗ ਸਿਓ, ਜਿਨ ਕੋ ਲਿਖਿਆ ਆਦ। ਇਹ ਤੇਰੀਆਂ ਵਡਿਆਈਆਂ ਜੀ, ਜੇ ਸਾਨੂੰ ਬਖਸ਼ ਲਵੇਂ। ਇਹ ਤੇਰੀਆਂ ਵਡਿਆਈਆਂ, ਜੇ ਸਾਨੂੰ ਬਖਸ਼ ਲਵੇਂ। ਤੇਰੀਆਂ ਵਡਿਆਈਆਂ, ਜੇ ਸਾਨੂੰ ਬਖਸ਼ ਲਵੇ। ਇਹ 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 ਤੇਰੀਆਂ ਵਡਿਆਈਆਂ ਜੀ, ਜੇ ਸਾਨੂੰ ਬਖਸ਼ ਲਵੇਂ। ਇਹ ਤੇਰੀਆਂ ਵਡਿਆਈਆਂ ਜੀ, ਜੇ ਸਾਨੂੰ ਬਖਸ਼ ਲਵੇਂ। ਇਹ ਤੇਰੀਆਂ ਵਡਿਆਈਆਂ, ਜੇ ਸਾਨੂੰ ਬਖਸ਼ ਲਵੇ। ਇਹ ਤੇਰੀਆਂ ਵਡਿਆਈਆਂ, ਜੇ ਸਾਨੂੰ ਬਖਸ਼ ਲਵੇ। ਬੋਲੋ ਜੀ, ਇਹ ਤੇਰੀਆਂ। ਬੋਲੋ ਭੈਣੋ ਗੱਜ ਕੇ, ਇਹ ਤੇਰੀਆਂ। ਸਾਨੂੰ ਬਖਸ਼ ਲਵੇ। ਇਹ ਤੇਰੀਆਂ ਵਡਿਆਈਆਂ, ਇਹ ਤੇਰੀਆਂ ਵਡਿਆਈਆਂ। ਇਹ ਤੇਰੀਆਂ ਵਡਿਆਈਆਂ, ਇਹ ਤੇਰੀਆਂ ਵਡਿਆਈਆਂ। ਇਹ ਤੇਰੀਆਂ ਵਡਿਆਈਆਂ, ਇਹ ਤੇਰੀਆਂ ਵਡਿਆਈਆਂ। ਇਹ ਤੇਰੀਆਂ ਵਡਿਆਈਆਂ ਪ੍ਰਭ ਜੀ, ਇਹ ਤੇਰੀਆਂ ਵਡਿਆਈਆਂ। ਇਹ ਤੇਰੀਆਂ ਵਡਿਆਈਆਂ, ਇਹ ਤੇਰੀਆਂ ਵਡਿਆਈਆਂ। ਇਹ ਤੇਰੀਆਂ ਵਡਿਆਈਆਂ, ਇਹ ਤੇਰੀਆਂ ਵਡਿਆਈਆਂ। ਇਹ ਤੇਰੀਆਂ ਵਡਿਆਈਆਂ। ਵਾਹਿਗੁਰੂ 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 ਵਾਹਿਗੁਰੂ। ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਰੇ ਅੱਖਾਂ ਬੰਦ ਕਰੋ, ਚੌਂਕੜੇ ਲਾ ਕੇ ਸਮਾਧੀ ਵਿੱਚ ਸਜੋ। ਪੂਰਾ ਪੂਰਾ ਲਾਹਾ ਲਈਏ, ਸਾਡਾ ਆਉਣਾ ਬਹਿਣਾ ਪ੍ਰਵਾਨ ਹੋਵੇ, ਸਾਡੀ ਹਾਜ਼ਰੀ ਦਰਗਾਹ ਤੱਕ ਲੱਗੇ।
ਸਾਰੇ ਜਪਿਓ ਜੀ। ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ 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 ਧੰਨ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਇਹ ਤੇਰੀਆਂ ਵਡਿਆਈਆਂ 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 ਸਾਈਆਂ ਇਹ ਤੇਰੀਆਂ ਵਡਿਆਈਆਂ ਇਹ ਤੇਰੀਆਂ ਵਡਿਆਈਆਂ ਸਾਈਆਂ ਇਹ ਤੇਰੀਆਂ ਵਡਿਆਈਆਂ ਜਪੋ ਜੀ ਇਹ ਤੇਰੀਆਂ ਇਹ ਤੇਰੀਆਂ ਵਡਿਆਈਆਂ ਜੀ ਜੇ ਸਾਨੂੰ ਬਖਸ਼ ਲਵੇਂ ਵਾਹਿਗੁਰੂ 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 ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਜੈ ਜੈਕਾਰ ਕਰੇ ਸਭ ਕੋਈ ਵਾਹਿਗੁਰੂ 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 ਧੰਨ ਵਾਹਿਗੁਰੂ ਜਪਿਓ ਜੀ ਗੱਜ ਕੇ ਵਾਹਿਗੁਰੂ ਧੰਨ ਵਾਹਿਗੁਰੂ 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 ਮਿਲ ਕੇ ਵਾਹਿਗੁਰੂ 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 ਕਹੋ ਨਾਨਕ ਸਭ ਤੇਰੀ ਵਡਿਆਈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕੋਈ ਨਾਉ ਨਾ ਜਾਣੈ ਮੇਰਾ ਕੋਈ ਨਾਉ ਨਾ ਜਾਣੈ ਮੇਰਾ ਜਪੋ ਜੀ ਨਾਉ ਨਾ ਜਾਣੈ ਦਿਲੋਂ ਮੁਹੱਬਤ ਜਿਨ ਸੇ ਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ रते इश्क खुदाए रंग दीदार के बिसरिया जिन नाम ते भूए भारतीय बिसरिया जिन नाम ते भूए भारतीय आप लिए लड़ लाए दर दर बेस से आप लिए लड़ लाए दर दर बेस से ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ ਪਿਆਰੇ ਜੀ ਜਿਨ੍ਹਾਂ ਦੇ ਪੁੱਤ ਨਾਮ ਜਪਦੇ 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 ਪਿਆਰੇ ਜੀ
ਪਿਆਰੇ ਜੀ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਹਾਂ। ਜਿਨ੍ਹਾਂ ਦੇ ਪੁੱਤ ਨਾਮ ਬੋਲੋ ਜੀ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਧੰਨ ਧੰਨ ਨੇ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਨੇ ਉਹਨਾਂ ਦੀਆਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਦੇ ਪੁੱਤ ਨਾਮ ਜਪਦੇ। ਜਿਨ੍ਹਾਂ ਦੇ ਪੁੱਤ ਜੀ ਪਿਆਰੇ ਨਾਮ ਜਪਦੇ। ਜਿਨ੍ਹਾਂ ਦੇ ਪੁੱਤ ਜੀ ਨਾਮ ਜਪਦੇ। ਜਿਨ੍ਹਾਂ ਦੇ ਪੁੱਤ ਜੀ ਨਾਮ ਜਪਦੇ। ਜਿਨ੍ਹਾਂ ਦੇ ਪੁੱਤ ਜੀ ਨਾਮ ਜਪਦੇ ਹਾਂ। ਦੇ ਪੁੱਤ ਜੀ ਨਾਮ ਜਪਦੇ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਦੇ ਪੁੱਤ ਨਾਮ ਜਪਦੇ। ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਦੇ ਪੁੱਤ ਨਾਮ ਜਪਦੇ। ਦਿਲੋਂ ਮੁਹੱਬਤ ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਬਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ। ਆਪ ਲਿਏ ਲੜ ਲਾਏ ਦਰ ਦਰਵੇਸ ਸੇ ਤਿਨ ਧਨ ਜਨੇਂਦੀ ਮਾਓ ਆਏ ਸਫਲ ਸੇ। ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ। ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ ਬੰਦਗੀ। ਮਾਲਕ ਜੀ ਦੇ ਚਰਨਾਂ ਵਿੱਚ ਤਨ ਕਰਕੇ ਜੁੜਿਆ। ਭਾਵੇਂ ਮੀਂਹ ਨੇ ਆਪਣਾ ਜ਼ੋਰ ਲਾਇਆ ਹੋਇਆ ਪਰ ਮੈਂ ਵੇਖ ਰਿਹਾ ਵੀ ਸੰਗਤ ਦਾ ਪ੍ਰੇਮ ਘਟਿਆ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੀਂਹ ਵਿੱਚ ਮੈਂ ਲੰਘ ਕੇ ਆਇਆ, ਮੈਂ ਤੇ ਗੱਡੀ ਵਿੱਚ ਬਹਿ ਕੇ ਆ ਗਿਆ, ਪਰ ਮੈਂ ਵੇਖ ਰਿਹਾ ਸੀ ਕਿਵੇਂ ਸੰਗਤਾਂ ਭਾਵੇਂ ਮੀਂਹ ਮਾਰੋ ਮਾਰ ਪੈਂਦਾ ਮੀਂਹ ਵਿੱਚ ਭਿੱਜ ਰਹੀਆਂ ਨੇ ਤਾਂ ਵੀ ਪਰਵਾਹ ਨਹੀਂ ਕੀਤੀ। ਮਾਲਕ ਜੀ ਦੇ ਚਰਨਾਂ ਵਿੱਚ ਜੇ ਪਹੁੰਚੇ ਆ, ਮੈਂ ਥੋੜੀ ਜੀ ਬੇਨਤੀ ਸਾਊਂਡ ਵਾਲੇ ਵੀਰ ਨੂੰ ਕਰਾਂਗਾ ਵੀ ਥੋੜੀ ਸੈਟਿੰਗ ਕਰ ਹੁਣ, ਕਿਉਂਕਿ ਸਵੇਰ ਦੀ ਸਲਾਹ ਇੱਥੇ ਬਣ ਗਈ ਸੀ, ਸਾਰਾ ਕੁਝ ਇੱਥੇ ਫਿੱਟ ਹੋ ਜਾਣਾ ਚਾਹੀਦਾ ਸੀ। ਇਧਰ ਨੇੜੇ ਥੋੜੀ ਆਵਾਜ਼ ਸਾਊਂਡ ਲਿਆ ਕੇ ਰੱਖੋ, ਇੱਥੇ ਬਹਿ ਕੇ ਨਹੀਂ ਸਰਨਾ। ਹੁਣ ਆਪਾਂ ਮਾਲਕ ਜੀ ਦੇ ਚਰਨਾਂ ਵਿੱਚ ਬਹਿ ਕੇ ਪੂਰਾ ਪੂਰਾ ਲਾਹਾ ਲਈਏ। ਆਓ ਜੇ ਤਨ ਕਰਕੇ ਜੁੜੇ ਆ, ਮਨ ਕਰਕੇ ਹਾਜ਼ਰੀਆਂ ਲਾਓ, ਦੋਵੇਂ ਹੱਥ ਜੋੜ ਕੇ ਮਨ ਹਾਜ਼ਰ ਕਰਕੇ ਸੀਸ ਨਵਾ ਕੇ
ਇੱਕੋ ਵਾਰੀ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਆਪਾਂ ਮਾਲਕ ਜੀ ਦੇ ਚਰਨਾਂ ਵਿੱਚ ਆਏ ਆ। ਜਿਹੜਾ ਬੱਚਾ ਘਰੋਂ ਤੁਰਦਾ ਨਾ, ਉਹਦੇ ਮੋਢੇ ਤੇ ਬੈਗ ਪਾਇਆ ਹੁੰਦਾ, ਉਹਦੇ ਵਿੱਚ ਕਿਤਾਬਾਂ ਨੇ। ਬੱਚੇ ਨੂੰ ਇਹ ਸਿੱਖਿਆ ਮਿਲ ਜਾਂਦੀ ਆ, ਇਹ ਇਸ਼ਾਰਾ, ਇਹ ਗਿਆਨ ਮਿਲ ਜਾਂਦਾ। ਮੈਂ ਸਕੂਲ ਵਿੱਚ ਗੇੜਾ ਲਾਉਣ ਨਹੀਂ ਚੱਲਿਆ, ਮੈਂ ਗੇੜੀਆਂ ਮਾਰਨ ਨਹੀਂ ਚੱਲਿਆ, ਮੈਂ ਪੜ੍ਹਾਈ ਕਰਨ ਚੱਲਿਆ। ਜਿਹੜੇ ਬੱਚੇ ਨੂੰ ਇਹ ਗਿਆਨ ਆ ਮੈਂ ਪੜ੍ਹਨ ਚੱਲਿਆ, ਉਹ ਫੇਲ ਨਹੀਂ ਹੁੰਦਾ। ਫਿਰ ਉਹ ਪੜ੍ਹੇਗਾ, ਮਨ ਲਾ ਕੇ, ਧਿਆਨ ਲਾ ਕੇ ਪੜ੍ਹੇਗਾ। ਹੁਣ ਸਿੱਖ ਆ ਨਾ ਜਿਹੜਾ, ਆਪਾਂ ਮਾਲਕ ਜੀ ਦੇ ਗੋਲੇ ਆ, ਮਾਲਕ ਜੀ ਦੇ ਚਰਨਾਂ ਵਿੱਚ ਆਉਂਦੇ ਆ। ਅਸੀਂ ਇਹ ਭੁੱਲੀਏ ਨਾ ਬਈ ਅਸੀਂ ਕਿਹੜਾ ਕੰਮ ਕਰਨ ਲਈ ਆਉਂਦੇ ਆ। ਆ ਗੁਰੂ ਨਾਨਕ ਦੇ ਘਰ ਵਿੱਚ ਬੜੇ ਲੋਕੀ ਨੇ ਜਿਹੜੇ ਮੇਲਾ ਬਣਾ ਕੇ ਬਾਹਰੋਂ ਹੀ ਮੁੜ ਗਏ ਹੋਣਗੇ ਭਾਈ। ਬੜੇ ਲੋਕੀ ਹੋਣਗੇ ਜਿਹੜੇ ਲੰਗਰ ਤੱਕ ਸੀਮਤ ਹੋਣਗੇ, ਲੰਗਰ ਵਿੱਚ ਪ੍ਰਸ਼ਾਦਾ ਪਾਣੀ ਛਕਿਆ, ਬਾਹਰੋਂ ਹੀ ਮੱਥਾ ਟੇਕਿਆ, ਚਲੋ ਜੀ ਚੱਲੀਏ ਘਰਾਂ ਨੂੰ। ਨਹੀਂ, ਇੱਕ ਨੰਬਰ ਦੀ ਹਾਜ਼ਰੀ ਉਹਦੀ ਲੱਗਦੀ ਆ ਜਿਹੜਾ ਮਾਲਕ ਜੀ ਦੇ ਸਾਹਮਣੇ ਬਹਿ ਜਾਂਦਾ ਮਨ ਮਾਰ ਕੇ। ਜਿਵੇਂ ਆਪਾਂ ਬੈਠੇ ਆ, ਇਹ ਭਾਗਾਂ ਦੀ ਘੜੀ ਆ। ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾਂ ਸਾਹਮਣੇ, ਜਦੋਂ ਮਾਲਕ ਜੀ ਦੇ ਸਾਹਮਣੇ ਬਹਿਨੇ ਆ, ਸਾਡਾ ਤਨ ਵੀ ਸਾਡਾ ਮਨ ਵੀ ਨਿਹਾਲ ਹੁੰਦਾ। ਆਓ ਆ ਜਿਹੜੀਆਂ ਘੜੀਆਂ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹਨਾਂ ਦੇ ਮੁਬਾਰਕ ਚਰਨ ਇਸ ਧਰਤੀ ਤੇ ਪਏ ਨੇ। ਇਹ ਧਰਤੀ ਦਾ ਜਰਰਾ ਜਰਰਾ ਪਵਿੱਤਰ ਹੋ ਗਿਆ ਭਾਈ, ਕਣ ਕਣ ਪਵਿੱਤਰ ਹੋ ਗਿਆ। ਕਾਦੇ ਲਈ? ਇੱਥੇ ਮਾਲਕ ਜੀ ਆਏ ਨੇ, ਕਿਰਪਾ ਦੇ ਦਾਤੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਾਰਨ ਲਈ ਆਏ ਨੇ, ਧੰਨ ਗੁਰੂ ਨਾਨਕ ਜੀ ਆਏ ਤਾਰਨ ਲਈ। ਧੰਨ ਗੁਰੂ ਨਾਨਕ ਦੇ ਪਿਆਰੇ ਆਉਂਦੇ ਨੇ, ਉਹ ਵੀ ਤਾਰਨ ਲਈ। ਆਪਾਂ ਇਸੇ ਕਰਕੇ ਕਹਿੰਦੇ ਆ, ਮਹਾਰਾਜ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਅੱਠੇ ਪੈਰ ਤੇਰਾ ਨਾਮ ਚਿਤਾਵੇ। ਮਾਲਕ ਜੀ ਉਹਨਾਂ ਪਿਆਰਿਆਂ ਦਾ, ਉਹਨਾਂ ਗੁਰਮੁਖਾਂ ਦਾ ਮੇਲ ਕਰਾਇਓ, ਕਿਉਂਕਿ ਬੜੇ ਯਾਰ ਬੇਲੀ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਮਿਲ ਕੇ ਠੇਕਾ ਹੀ ਯਾਦ ਆਉਂਦਾ ਸਾਨੂੰ। ਬੜੇ ਯਾਰ ਬੇਲੀ ਇਦਾਂ ਦੇ ਨੇ, ਠੰਡ ਹੋ ਗਈ ਪਾ ਲਈਏ ਅੱਧੇ ਅੱਧੇ, ਫਿਰ ਚੱਲੀਏ ਠੇਕੇ। ਬੜੇ ਯਾਰ ਬੇਲੀ ਸਾਡੇ ਇਦਾਂ ਦੇ ਹੁੰਦੇ ਨੇ, ਖਿਮਾ ਕਰਿਓ। ਕਿਸਾਨੀ ਮੋਰਚਾ ਫਤਿਹ ਹੋਇਆ ਨਾ, ਸਾਡੇ ਕਿਸਾਨ ਭਰਾ ਜਿੱਤ ਗਏ। ਇਹ ਕਹਿੰਦੇ ਆ ਧੰਨ ਗੁਰੂ ਨਾਨਕ ਜੀ ਦੀ ਕਿਰਪਾ ਨਾਲ ਜਿੱਤੇ ਆ ਆਪਾਂ, ਇਹ ਭੁੱਲਿਆ ਨਾ ਕਰੋ। ਆ ਜਿਹੜਾ ਮੋਦੀ ਸੀ ਉਹ 26 ਜਨਵਰੀ ਨੂੰ ਮੰਨਿਆ ਨਹੀਂ, ਸਰਕਾਰੀ ਦਿਨ ਸੀ ਉਸ ਦਿਨ। 15 ਅਗਸਤ ਨੂੰ ਮੰਨ ਗਿਆ ਨਹੀਂ ਭਾਈ, 2 ਅਕਤੂਬਰ ਨੂੰ ਮੰਨ ਗਿਆ ਨਹੀਂ। ਮੰਨਿਆ ਜਾ ਕੇ ਜਦੋਂ 8-9 ਮਹੀਨੇ ਲੰਘ ਗਏ, ਨਾ ਕੋਈ ਮੀਟਿੰਗ ਹੋਈ, ਨਾ ਕਿਸੇ ਮੰਤਰੀ ਦਾ ਸੱਦਾ ਆਇਆ, ਨਾ ਕੋਈ ਫੋਨ ਕਾਲ ਆਈ। ਪਰ ਜਦੋਂ ਮੰਨਿਆ, ਧੰਨ ਗੁਰੂ ਨਾਨਕ ਜੀ ਦਾ ਅਵਤਾਰ ਦਿਹਾੜਾ ਸੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਿਰਪਾ ਦਾ ਦਿਨ ਸੀ, ਮੰਨ ਗਿਆ ਮੋਦੀ ਭਾਈ, ਤਾਂ ਸਾਡੀ ਜਿੱਤ ਹੋਈ ਆ। ਜੇ ਆਪਾਂ ਜਿੱਤੇ ਆ, ਜੇ ਮੋਰਚਾ ਫਤਿਹ ਹੋਇਆ, ਠੇਕਿਆਂ ਤੇ ਜਾ ਕੇ ਨਾ ਫਿਰ ਪਾਰਟੀਆਂ ਕਰਿਆ ਕਰੋ। ਧੰਨ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਆਈਏ, ਅਰਦਾਸ ਕਰੀਏ। ਦਾਤਿਆ ਤੂੰ ਚੌ ਸੱਜਣ ਮਹਿੰਡਿਆ, ਡੇਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ ਦੀਦਾਰ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ। ਮੈਂ ਜਿੱਥੋਂ ਬੇਨਤੀ ਆਰੰਭ ਕੀਤੀ ਆ ਨਾ ਬਈ, ਆਪਾਂ ਜੇ ਘਰੋਂ ਤੁਰਦੇ ਆ, ਆਪਾਂ ਗੁਰੂ ਨਾਨਕ ਦੇ ਘਰ ਲਈ, ਘਰ ਵਿੱਚ ਕਾਹਦੇ ਲਈ ਆਉਨੇ ਆ, ਇਹ ਭੁੱਲਿਆ ਨਾ ਕਰ। ਇਹ ਗਿਆਨ ਪੱਲੇ ਬੰਨਿਆ ਕਰ। ਸਿੱਖ ਜਦੋਂ ਵੀ ਆਉਂਦਾ ਨਾ ਗੁਰੂ ਨਾਨਕ ਦੇ ਘਰ ਵਿੱਚ, ਕੇਵਲ ਤੇ ਕੇਵਲ ਅਰਦਾਸ ਕਰਨ ਆਉਂਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਕਰਦੇ ਨੇ ਪ੍ਰੇਮ ਵਾਲੇ, ਮਾਲਕ ਜੀ ਹੁਣ ਤੇਰੀ ਕਿਰਪਾ ਮਿਲੇ ਮਾਲਕਾ, ਜਗ ਦੀ ਪਰਵਾਹ ਨਹੀਂ। ਆਂਢੀ ਗਵਾਂਢੀ ਭਾਵੇਂ ਬੁਲਾਉਣ ਤੇ ਭਾਵੇਂ ਨਾ ਬੁਲਾਉਣ ਮਹਾਰਾਜ, ਸਾਕ ਕਬੀਲੇ ਵਾਲੇ ਭਾਵੇਂ ਵਰਤਾਰਾ ਰੱਖਣ ਤੇ ਭਾਵੇਂ ਨਾ ਰੱਖਣ। ਬਾਜਾਂ ਵਾਲਿਆ ਮੈਨੂੰ ਤੇਰੇ ਦਰਸ਼ਨ ਹੁੰਦੇ ਰਹਿਣ,
ਜੀ ਮੁਖ ਦੁਨੀਆ ਮੋੜ ਲਵੇ। ਮੁਖ ਦੁਨੀਆ ਮੋੜ ਲਵੇ, ਮਾਲਕਾ ਜਗ ਦੀ ਪਰਵਾਹ ਨਹੀਂ, ਤੇਰੀ ਕਿਰਪਾ ਮਿਲੇ। ਸਾਈਆਂ ਤੂੰ ਮੁਖੜਾ ਨਾ ਮੋੜੀ, ਮੁਖ ਦੁਨੀਆ ਮੋੜ ਲਵੇ। ਇੱਕ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ। ਸਾਈਆਂ ਤੂੰ ਮੁਖੜਾ ਨਾ ਮੋੜੀ, ਆ ਦੁਨੀਆ ਮੋੜ ਲਵੇ। ਸਾਈਆਂ ਤੂੰ ਮੁਖੜਾ ਨਾ ਮੋੜੀ, ਮੁਖ ਦੁਨੀਆ। ਬੋਲੋ ਜੀ, ਮੁਖ ਦੁਨੀਆ ਮੋੜ। ਸਾਈਆਂ ਤੂੰ ਮੁਖੜਾ ਨਾ ਮੋੜੀ, ਮੁਖ ਦੁਨੀਆ ਮੋੜ ਲਵੇ। ਇੱਕ ਤੂੰ ਮੁਖੜਾ ਨਾ ਮੋੜੀ, ਮੁਖ ਦੁਨੀਆ ਮੋੜ ਲਵੇ। ਸਾਈਆਂ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ। ਸਾਈਆਂ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ। ਸਾਈਆਂ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ। ਦੁਨੀਆ ਮੋੜ ਲਵੇ। ਸਾਈਆਂ ਤੂੰ ਮੁਖੜਾ ਨਾ ਮੋੜੀ, ਇੱਕ ਤੂੰ ਮੁਖੜਾ ਨਾ ਮੋੜੀ। ਸਾਈਆਂ ਤੂੰ ਮੁਖੜਾ ਨਾ ਮੋੜੀ, ਮੁਖੜਾ ਨਾ ਮੋੜੀ। ਤੂੰ ਮੁਖੜਾ ਨਾ ਮੋੜੀ। ਗੱਜ ਕੇ ਮੁਖੜਾ ਨਾ ਮੋੜੀ, ਤੂੰ ਮੁਖੜਾ ਨਾ ਮੋੜੀ। ਸਾਡੀ ਲੱਗੀ ਪਰੀਤੀ, ਲੱਗੀ ਪਰੀਤੀ, ਹਾਂ ਲੱਗੀ ਪਰੀਤੀ ਨੂੰ। ਸਾਡੀ ਲੱਗੀ ਪਰੀਤੀ ਨੂੰ, ਲੱਗੀ ਪਰੀਤੀ ਨੂੰ। ਸਾਡੀ ਲੱਗੀ ਪਰੀਤੀ ਨੂੰ, ਲੱਗੀ ਪਰੀਤੀ ਨੂੰ। ਸਾਡੀ ਲੱਗੀ ਪਰੀਤੀ ਨੂੰ। ਸਾਈਆਂ ਤੂੰ ਐਵੇਂ ਨਾ ਲੱਗੀ ਪਰੀਤੀ ਨੂੰ। ਸਾਈਆਂ ਤੂੰ ਐਵੇਂ ਨਾ ਤੋੜੀ। ਸਾਡੀ ਲੱਗੀ ਪਰੀਤੀ ਨੂੰ। ਸਾਈਆਂ ਤੂੰ ਐਵੇਂ ਨਾ ਤੋੜੀ। ਹਾਂ ਲੱਗੀ ਪਰੀਤੀ ਨੂੰ। ਸਾਈਆਂ ਤੂੰ ਐਵੇਂ ਨਾ ਤੋੜੀ। ਬੋਲੋ ਲੱਗੀ ਪਰੀਤੀ ਨੂੰ। ਤੂੰ ਐਵੇਂ ਨਾ ਤੋੜੀ। ਮੁਖ ਦੁਨੀਆ ਮੋੜ ਲਵੇ। ਸਾਈਆਂ ਦੁਨੀਆ ਮੋੜ ਲਵੇ। ਦੁਨੀਆ ਮੋੜ ਬੋਲੋ, ਬੋਲੋ ਲਵੇ। ਕੱਢ ਕੇ। ਮੁਖ ਦੁਨੀਆ ਮੋੜ ਲਵੇ। ਮੁਖ ਦੁਨੀਆ ਮੋੜ ਲਵੇ। ਦੁਨੀਆ ਮੋੜ ਲਵੇ। ਮੁਖ ਦੁਨੀਆ ਦੁਨੀਆ ਮੋੜ ਲਵੇ। 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 ਮੁਖ ਦੁਨੀਆ ਮੋੜ ਲਵੇ। ਇੱਕ ਤੂੰ ਮੁਖੜਾ ਨਾ ਮੋੜੀ। ਮੁਖ ਦੁਨੀਆ ਮੋੜ ਲਵੇ। ਸਾਈਆਂ ਤੂੰ ਮੁਖੜਾ ਨਾ ਮੋੜੀ। ਦੁਨੀਆ ਮੋੜ ਲਵੇ। ਸਾਈਆਂ ਤੂੰ ਮੁਖੜਾ ਨਾ। ਦੁਨੀਆ ਮੋੜ ਲਵੇ। ਸਾਈਆਂ ਤੋਂ ਮੁਕੜਾ ਨਾ ਮੋੜ। ਮੁਖ ਦੁਨੀਆ ਮੋੜ ਲਵੇ। ਮੁਖ ਦੁਨੀਆ ਮੋੜ ਲਵੇ। ਸਾਈਆਂ ਤੋਂ ਮੁਕੜਾ ਨਾ ਮੋੜੇ। ਉਹ ਨੇ ਜਿਹੜੇ ਕਹਿਣ ਮਾਲਕਾ ਤੇਰੀ ਕਿਰਪਾ ਮਿਲੇ, ਜਗ ਦੀ ਪਰਵਾਹ ਨਹੀਂ। ਭਾਗਾਂ ਵਾਲੇ ਨੇ ਜਿਨ੍ਹਾਂ ਦਾ ਇੰਨਾ ਪ੍ਰੇਮ ਜਾਗ ਪੈਂਦਾ, ਉਹ ਅਰਦਾਸ ਕਰਦੇ ਨੇ, ਦਾਤਾ ਜੀ ਬਿਸਰ ਨਾਹੀ ਦਾਤਾਰ ਆਪਣਾ, ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਆਓ ਥੋੜਾ ਜਿਹਾ ਸਮਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਸਥਾਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਬੈਠੇ ਆਪਾਂ। ਭਾਗਾਂ ਵਾਲੀਆਂ ਘੜੀਆਂ ਨੇ। ਕਰਮ ਜਾਗੇ, ਮੇਲੇ ਵਾਲਾ ਕਰਮ ਜਾਗੇ ਤਾਂ ਆਇਆ ਜਾਂਦਾ। ਜੇ ਮੇਲੇ ਵਾਲਾ ਕਰਮ ਨਹੀਂ ਜਾਗਿਆ, ਭਾਵੇਂ 5 ਦਿਨਾਂ ਦੀਆਂ ਸਲਾਹਾਂ ਕਰਦਾ ਪਿਆ, ਜਾਵਾਂਗੇ ਸਤ ਸੰਗ ਦੀਆਂ ਘੜੀਆਂ ਦਾ ਲਾਹਾ ਲਵਾਂਗੇ। ਅੱਜ
ਮੀਂਹ ਦਾ ਮਾੜਾ ਜਿਹਾ ਬਹਾਨਾ ਬਣਿਆ, ਕਹਿੰਦਾ ਰਹਿਣੇ ਦਿੰਨੇ ਆ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਅੱਛਾ, ਕਈਆਂ ਨੂੰ ਅੱਜੇ ਪਤਾ ਲੱਗਿਆ, ਹੁਣ ਭੱਜ ਕੇ ਹੀ ਆ ਗਏ, ਮੇਲੇ ਵਾਲਾ ਕਰਮ ਜਾਗਿਆ, ਮਾਲਕ ਨੇ ਦਰ ਘਰ ਦਾ ਪ੍ਰੇਮ ਝੋਲੀ ਪਾਇਆ। ਇਹ ਘੜੀ ਭਾਗਾਂ ਵਾਲੀ ਆ। ਹੁਣ ਜੇ ਸਾਡਾ ਕਰਮ ਜਾਗਿਆ, ਸਾਡਾ ਆਉਣਾ ਬਹਿਣਾ ਪ੍ਰਵਾਨ ਹੋ ਜੇ, ਸਾਡੀ ਹਾਜ਼ਰੀ ਦਰਗਾਹ ਤੱਕ ਲੱਗੇ, ਉਹ ਵੇਲਾ ਯਾਦ ਕਰਿਓ ਜਦੋਂ ਮੱਖਣ ਸ਼ਾਹ ਲਵਾਣੇ ਦੀ ਭਾਵਨਾ ਕਰਕੇ ਪ੍ਰਗਟ ਹੋਣਾ ਪਿਆ ਮਹਾਰਾਜ ਨੂੰ। ਇਤਿਹਾਸ ਪੜ੍ਹਿਓ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ 13 ਦਿਨ ਮਹਾਰਾਜ ਭੋਰਾ ਸਾਹਿਬ ਵਿੱਚ ਬੈਠੇ ਨੇ, ਤਪ ਕੀਤਾ, ਬੰਦਗੀ ਕੀਤੀ। ਜੇ ਮੈਂ ਇਤਿਹਾਸ ਮੇਲ ਕੇ ਵਿਖਾਵਾਂ ਨਾ, ਤੁਹਾਨੂੰ ਪਤਾ ਲੱਗ ਜਾਣਾ, ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਮੱਖਣ ਸ਼ਾਹ ਲਵਾਣੇ ਦਾ ਡੁੱਬਦਾ ਬੇੜਾ ਕੰਢੇ ਲਾਇਆ ਸੀ ਮਹਾਰਾਜ ਨੇ। ਮੱਖਣ ਸ਼ਾਹ ਲਵਾਣਾ ਬੜਾ ਵੱਡਾ ਵਪਾਰੀ ਸੀ, ਮਾਇਆ ਦੀ ਕਮੀ ਨਹੀਂ ਸੀ, ਕੋਈ ਸੁੱਖਾਂ ਦੀ ਕਮੀ ਨਹੀਂ ਸੀ। ਇਹ ਬੜਾ ਵੱਡਾ ਵਪਾਰੀ ਸੀ। ਇਹਨੇ ਇੱਕ ਦੇਸ਼ੋਂ ਦੂਜੇ ਦੇਸ਼ ਜਾਇਆ ਕਰੇ, ਸਮੁੰਦਰੀ ਜਹਾਜ਼ ਭਰ ਲਿਆ ਕਰੇ ਸਮਾਨ ਦਾ, ਮਾਲ ਦਾ, ਬੜਾ ਵੱਡਾ ਵਪਾਰੀ। ਪਰ ਇਹ ਸਾਡੀ ਜ਼ਿੰਦਗੀ ਆ ਭਾਈ, ਬੜੇ ਸੁੱਖ ਵੀ ਵੇਖਦੇ ਆ ਤੇ ਕਦੇ ਦੁੱਖ ਵੀ ਸਹਿਣਾ ਪੈਂਦਾ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕਈ ਬੰਦੇ ਵੇਖੇ ਨੇ, ਮਾੜਾ ਜਿਹਾ ਦੁੱਖ ਪਵੇ ਘਬਰਾ ਜਾਂਦੇ ਨੇ, ਡਰ ਜਾਂਦੇ ਨੇ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਪੜ੍ਹਿਓ, ਮਹਾਰਾਜ ਦੇ ਸਾਰੇ ਬਚਨ, ਸਾਰੀ ਬਾਣੀ ਮਨ ਬੈਰਾਗੀ ਕਰ ਦਿੰਦੀ ਆ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਭਾਵੇਂ ਸ਼ੱਕ ਨਹੀਂ ਕੋਈ, ਥੋੜੀ ਸਾਰਬ ਕੱਟ ਰੱਖੋ, ਸ਼ੱਕ ਨਹੀਂ ਕੋਈ, ਭਾਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਮਨ ਬੈਰਾਗੀ ਕਰਦੀ ਹੈ। ਪਰ ਜਿਹੜੇ ਬਚਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਚਾਰੇ ਨੇ, ਬਹੁਤਾ ਹੀ ਮਨ ਬੈਰਾਗੀ ਕਰਦੇ ਨੇ। ਤੁਹਾਡਾ ਜੱਗ ਨਾਲ ਮੋਹ ਪਾਉਣ ਨੂੰ ਜੀਏ ਨਹੀਂ ਕਰਨਾ ਭਾਈ, ਜੱਗ ਨਾਲ ਪ੍ਰੀਤ ਪਾਉਣ ਨੂੰ ਤੁਹਾਡਾ ਮਨੇ ਨਹੀਂ ਕਰਨਾ। ਇੰਨਾ ਬੈਰਾਗ ਮਹਾਰਾਜ ਦੀ ਬਾਣੀ ਵਿੱਚ, ਮਹਾਰਾਜ ਦਾ ਸਾਰਾ ਜੀਵਨ ਬੈਰਾਗ ਵਿੱਚ ਲੰਘਿਆ। ਮੱਖਣ ਸ਼ਾਹ ਲਵਾਣਾ, ਇਹਦਾ ਅੱਜ ਇਦਾਂ ਦਾ ਦੁੱਖਾਂ ਦਾ ਵੇਲਾ ਆ ਗਿਆ, ਕਹਿੰਦੇ ਇਤਿਹਾਸ ਕਹਿੰਦਾ, ਕਹਿੰਦੇ ਬੜਾ ਭਾਰੀ ਤੂਫਾਨ ਆ ਗਿਆ ਸਮੁੰਦਰ ਵਿੱਚ, ਜਿਵੇਂ ਜਵਾਰ ਭਾਟਾ ਆ ਜਾਂਦਾ ਹੁੰਦਾ। ਸਮੁੰਦਰੀ ਲਹਿਰਾਂ ਬੜਾ ਜਾਨੀ ਮਾਲੀ ਨੁਕਸਾਨ ਕਰ ਜਾਂਦੀਆਂ ਨੇ ਉਹਨਾਂ ਲੋਕਾਂ ਦਾ, ਉਹਨਾਂ ਦੇਸ਼ਾਂ ਦਾ ਜਿਹੜੇ ਸਮੁੰਦਰ ਦੇ ਕੰਢੇ ਬਸੇ ਹੋਏ ਨੇ। ਅੱਜ ਇਦਾਂ ਲੱਗਦਾ ਭਾਰੀ ਤੂਫਾਨ ਆ ਗਿਆ। ਮੱਖਣ ਸ਼ਾਹ ਲਵਾਣਾ ਕਹਿੰਦਾ, ਮਨਾ ਅੱਜ ਸਾਰਾ ਮਾਲ ਤੇ ਡੁੱਬੇਗਾ ਹੀ ਡੁੱਬੇਗਾ। ਅੱਜ ਇਦਾਂ ਲੱਗਦਾ ਵੀ ਅੱਜ ਜਾਨ ਵੀ ਨਹੀਂ ਬਚਣੀ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹ ਵੀ ਕਹਦੇ ਆ, ਬੰਦੇ ਨੂੰ ਸਭ ਤੋਂ ਪਿਆਰੀ ਆਪਣੀ ਜਾਨ ਆ ਭਾਈ, ਸਭ ਤੋਂ ਪਿਆਰੀ ਆਪਣੀ ਜਾਨ ਆ। ਬੰਦਾ ਕਹਿੰਦਾ ਮਾਇਆ ਦੀ ਕੀ ਗੱਲ ਆ, ਜ਼ਮੀਨਾਂ ਕੋਠੀਆਂ ਗੱਡੀਆਂ ਕਾਰਾਂ ਦੀ ਕੀ ਗੱਲ ਆ, ਜ਼ਿੰਦਗੀ ਚਾਹੀਦੀ ਆ, ਜੀਵਨ ਹੋਵੇ, ਬੜਾ ਕੁਝ ਕਮਾ ਲਾਂਗੇ, ਬੜਾ ਕੁਝ ਬਣਾ ਲਾਂਗੇ, ਜੀਵਨ ਚਾਹੀਦਾ, ਜਾਨ ਪਿਆਰੀ ਆ। ਮੱਖਣ ਸ਼ਾਹ ਲਵਾਣੇ ਨੇ ਧਿਆਨ ਧਰਿਆ, ਕਹਿੰਦਾ ਧੰਨ ਗੁਰ ਨਾਨਕ ਜੀ, ਮੈਂ ਤੇ ਇਹ ਵੀ ਨਹੀਂ ਜਾਣਦਾ ਤੁਹਾਡੀ ਗੁਰਗੱਦੀ ਦਾ ਮਾਲਕ ਕੌਣ ਆ। ਆਹ ਸੁਣਿਓ ਕਮਾਲ ਦੀ ਗੱਲ। ਮੱਖਣ ਸ਼ਾਹ ਲਵਾਣਾ ਕਹਿੰਦਾ, ਮਹਾਰਾਜ ਮੈਂ ਤੇ ਇਹ ਵੀ ਨਹੀਂ ਜਾਣਦਾ ਤੁਹਾਡੀ ਗੁਰਗੱਦੀ ਦਾ ਮਾਲਕ ਕੌਣ ਆ ਵੇਲੇ, ਪਰ ਮੈਂ ਸੁਣਿਆ ਜਿਨ੍ਹਾਂ ਦੇ ਤੁਸੀਂ ਰਖਵਾਲੇ ਬਣ ਜਾਂਦੇ ਹੋ, ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਜਾਮ ਗੁਰੂ ਹੈ ਬਲ ਤਨੇ ਕਿਆ ਗਾਰਬ ਦਿਜੈ, ਜਾਮ ਗੁਰੂ ਹੋਏ ਬਲ ਲੱਖ ਵਾਹੇ ਕਿਆ ਕਿਜੈ। ਮਾਲਕ ਜੀ, ਜਿਨ੍ਹਾਂ ਦੇ ਤੁਸੀਂ ਰਖਵਾਲੇ ਬਣ ਜਾਂਦੇ ਹੋ ਨਾ, ਬਲਾਵਲ ਰਾਗ ਦੀ ਬਾਣੀ ਪੜ੍ਹਿਓ, ਤਾਤੀ ਬਾਉ ਨਾ ਲਗਾਈ ਪਾਰ ਬ੍ਰਹਮ ਸ਼ਰਣਾਈ। ਮੱਖਣ ਸ਼ਾਹ ਲਵਾਣੇ ਨੇ ਹੱਥ ਜੋੜੇ, ਅੱਖਾਂ ਬੰਦ ਹੋ ਗਈਆਂ। ਵੱਡੀ ਗੱਲ ਇਹ ਆ, ਸਾਡਾ ਮਨ ਜੁੜੇ, ਜਿਹੜਾ ਖਿੰਡਿਆ ਰਹਿ ਜਾਂਦਾ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆਪਾਂ ਹੱਥ ਜੋੜਦੇ ਆਂ ਭਾਈ, ਜੇਬਾਂ ਨਾਲ ਬੋਲਿਆ ਬੋਲ ਸਾਡੇ ਕੰਨਾਂ ਤੱਕ ਜਾਂਦਾ। ਭਾਗਾਂ ਵਾਲੇ ਉਹ ਨੇ ਜਿਹੜੇ ਮਨ ਜੋੜ ਕੇ ਅਰਦਾਸ ਕਰਦੇ ਨੇ। ਮੱਖਣ ਸ਼ਾਹ ਲਵਾਣੇ ਨੇ ਮਨ ਜੋੜ ਕੇ ਅਰਦਾਸ ਕੀਤੀ ਤੇ ਫਿਰ ਬਾਣੀ ਦਾ ਫੈਸਲਾ ਆ ਗਿਆ।
ਤਤੀ ਬਾਉ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਤਤੀ ਬਾਉ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਤਤੀ ਬਾਉ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਕਰੋ ਕਿਰਪਾ। ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਬਾਉ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਤਤੀ ਬਾਉ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਤਤੀ ਬਾਉ ਵੀ ਲੱਗਣ ਨਾ ਦੇਵੇ, ਲੱਗਣ ਨਾ ਦੇਵੇ, ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ। ਤਤੀ ਬਾਉ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਬਾਉ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਬਾਉ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਬੋਲੋ। ਬਾਉ ਵੀ ਲੱਗਣ ਨਾ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਬੋਲਿਆ ਕਰੋ ਸੰਗਤ ਸਾਰੀ। ਬਾਉ ਵੀ ਲੱਗਣ ਨਾ, ਜਿਨ੍ਹਾਂ ਦਾ ਰਾਖਾ ਜੀ ਪਿਆਰੇ ਆਪ ਹੋ ਗਿਆ। ਜਿਨ੍ਹਾਂ ਦਾ ਰਾਖਾ ਜੀ 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 ਸੰਗ ਤੇ ਆਪ ਹੋ ਗਿਆ। ਜਿਨ੍ਹਾਂ ਦਾ ਰਾਖਾ ਜੀ 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 ਆਪ ਹੋ ਗਿਆ। ਵਾਹ। ਤਤੀ ਬਾਉ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਤਤੀ ਬਾਉ ਵੀ, ਤਤੀ ਬਾਉ ਵੀ ਲੱਗਣ ਨਾ ਦੇਵੇ। ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਤਤੀ ਬਾਉ ਵੀ ਲੱਗਣ ਨਾ, ਜਿਨ੍ਹਾਂ ਦਾ ਰਾਖਾ ਆਪ। ਹੋ ਗਿਆ। ਹਾਂ। ਬਾਉ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਹੋ ਗਿਆ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਕਹਿੰਦੇ ਮੱਖਣ ਸ਼ਾਹ ਲਵਾਣੇ ਨੇ ਅੱਖਾਂ ਬੰਦ ਕੀਤੀਆਂ, ਹੱਥ ਜੋੜੇ, ਮਨ ਜੋੜ ਕੇ ਅਰਦਾਸ ਕੀਤੀ। ਕਹਿੰਦਾ ਮਹਾਰਾਜ ਅੱਜ ਮੇਰਾ ਡੁੱਬਦਾ ਬੇੜਾ ਕੰਢੇ ਲਾ ਦਿਓ। ਮਹਾਰਾਜ ਮੈਂ 500 ਮੋਹਰਾਂ ਸੋਨੇ ਦੀਆਂ ਮੱਥਾ ਟੇਕਾਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। 500 ਮੋਹਰਾਂ ਸੋਨੇ ਦੀਆਂ। ਜਿੰਨੀ ਵੱਡੀ ਭਾਵਨਾ ਉਨੀ ਵੱਡੀ ਕਿਰਪਾ ਹੁੰਦੀ ਆ। ਇੱਥੇ ਮਾਇਆ ਦੀ ਗੱਲ ਨਹੀਂ, ਗੱਲ ਪ੍ਰੇਮ ਦੀ ਆ। ਹੁਣ ਜੇ ਤੇਰੇ ਮਨ ਵਿੱਚ ਭਾਵਨਾ ਨਹੀਂ, ਬੜਿਆਂ ਦੇ ਮਨ ਵਿੱਚ ਦੁਬਿਧਾ ਹੁੰਦੀ ਆ। ਕਰ ਦਿੰਨੇ ਆ ਅਰਦਾਸ, ਕੀ ਪਤਾ ਗੱਲ ਬਣ ਜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀ ਪਤਾ ਮਾਲਕ ਸੁਣੇ ਲੈਣ। ਇਹ ਦੁਬਿਧਾ ਹੁੰਦੀ ਆ ਵੀ ਪਤਾ ਨਹੀਂ ਗੱਲ ਬਣਨੀ ਆ ਜਾਂ ਨਹੀਂ ਬਣਨੀ। ਅੱਛਾ ਜੀ ਜੇ ਗੱਲ ਬਣ ਗਈ ਫਿਰ ਤੇ ਮਾਲਕਾ ਤੇਰੇ, ਜੇ ਗੱਲ ਨਾ ਬਣੀ ਫਿਰ ਕਿਸੇ ਹੋਰ ਦਰ ਤੇ ਜਾਵਾਂਗੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੈਂ ਬੜੇ ਲੋਕੀ ਵੇਖੇ ਨੇ ਜਿਹੜੇ ਅੱਜ ਕਿਤੇ ਮੱਥਾ ਟੇਕਦੇ ਨੇ, ਕੱਲ ਕਿਤੇ ਮੱਥਾ ਟਿਕਦਾ, ਪਰਸੋਂ ਨੂੰ ਕਿਤੇ ਫਿਰਦੇ ਹੁੰਦੇ ਨੇ। ਗੱਲ ਬਣ ਗਈ ਭਾਈ ਨਹੀਂ। ਕਈ ਇਦੋਂ ਵੀ ਕਾਲੇ ਨੇ ਜਿਹੜੇ ਸਵੇਰੇ ਕਿਤੇ ਮੱਥਾ ਟੇਕ ਕੇ ਆਉਂਦੇ ਨੇ, ਦੁਪਹਿਰੇ ਕਿਤੇ, ਸ਼ਾਮਾਂ ਨੂੰ ਕਿਤੇ ਮੱਥਾ ਟੇਕਦੇ ਨੇ।
ਭਾਗਾਂ ਵਾਲਾ ਉਹ ਆ ਜਿਹੜਾ ਇੱਕ ਦਾ ਬਣ ਕੇ ਬਹਿ ਜਾਂਦਾ। ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਡਗਮਗ ਕਿਆ ਕਰੇ, ਕਹਾਂ ਡੁਲਾਵੇ ਜੀਓ, ਸਰਬ ਸੁਖ ਕੋ ਨਾਏ ਕੋ, RAM ਨਾਮ ਰਸ ਪੀਓ। ਓਏ ਮਨਾ ਮੇਰਿਆ ਕਿਉਂ ਡੋਲਦਾ ਫਿਰਦਾ, ਕਿਉਂ ਭਟਕਦਾ ਫਿਰਦਾ, ਇੱਕ ਦਾ ਬਣ ਕੇ ਬਹਿ ਜਾ, ਭਾਵਨਾ ਬਣਾ ਕੇ ਬਹਿ ਜਾ, ਮੇਰੇ ਮਾਲਕ ਵਰਗਾ ਦੂਜਾ ਹੈ ਹੀ ਕੋਈ ਨਹੀਂ। ਜਿਹੜੇ ਪ੍ਰੇਮ ਵਾਲੇ ਨੇ ਨਾ, ਭੁੱਲ ਜਾਂਦੇ ਨੇ ਵੀ ਕਿਹੜੇ ਪਿੰਡ ਵਿੱਚ ਬੈਠੇ ਆ, ਕਿਹੜੇ ਸ਼ਹਿਰ ਵਿੱਚ ਬੈਠੇ ਆ, ਕਿਹੜੀ ਥਾਂ ਤੇ ਬੈਠੇ ਆ, ਜਾਂ ਮੇਰੇ ਨਾਲ ਕੌਣ ਆਇਆ, ਮੇਰੇ ਕੋਲੇ ਕੌਣ ਬੈਠਾ, ਕਿੱਦਾਂ ਦੇ ਕੱਪੜੇ ਪਾਈ ਬੈਠਾ, ਕਿੱਦਾਂ ਦੀ ਪੱਗ ਬੰਨੀ ਬੈਠਾ। ਭੁੱਲ ਜਾਂਦੇ ਨੇ, ਉਹਨਾਂ ਦੀ ਸਮਾਧੀ ਲੱਗ ਜਾਂਦੀ ਹੈ। ਅੱਖਾਂ ਬੰਦ ਕਰਕੇ ਇੰਨੀ ਭਾਵਨਾ ਬਣੀ ਆ, ਮੈਂ ਉਸ ਮਾਲਕ ਦੇ ਸਾਹਮਣੇ ਬੈਠਾ ਜਿੰਨਾ ਵਰਗਾ ਦੂਜਾ ਹੈ ਹੀ ਕੋਈ ਨਹੀਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇੱਕ ਦਾ ਬਣ ਕੇ ਬਹਿ ਤੇ ਸਹੀ, ਕਹਿ ਤੇ ਦੇ ਮਾਲਕਾ ਮੈਂ ਤੇਰਾ ਬਣ ਗਿਆ, ਘਾਟਾ ਨਹੀਂ ਰਹਿਣਾ। ਜਿਹੜਾ ਜੁੜਿਆ ਹੋਇਆ ਨਾ ਉਹਨੂੰ ਕਦੇ ਘਾਟਾ ਨਹੀਂ। ਜਿਹੜਾ ਟੁੱਟ ਜਾਂਦਾ, ਮਹਾਰਾਜ ਕਹਿੰਦੇ ਨੇ ਨਾਨਕ ਗੁਰ ਬਿਨ ਘਾਟੇ ਘਾਟ, ਗੁਰੂ ਤੋਂ ਬਿਨਾ ਵਾਧਾ ਨਹੀਂ ਹੁੰਦਾ, ਗੁਰੂ ਤੋਂ ਬਿਨਾ ਘਾਟਾ ਹੀ ਘਾਟਾ ਹੁੰਦਾ। ਮੱਖਣ ਸ਼ਾਹ ਲਵਾਣਾ ਕਹਿੰਦਾ, ਮਹਾਰਾਜ ਕਿਰਪਾ ਕਰਿਓ, ਮੇਰਾ ਡੁੱਬਦਾ ਬੇੜਾ ਬੰਨੇ ਲਾ ਦਿਓ, ਮੈਂ 500 ਮੋਹਰਾਂ ਸੋਨੇ ਦੀਆਂ ਭੇਟਾਂ ਚੜਾਵਾਂਗਾ। ਅਰਦਾਸ ਕਰਕੇ ਜਦੋਂ ਅੱਖਾਂ ਖੋਲੀਆਂ ਨਾ, ਇਤਿਹਾਸ ਆ ਹਮੀ ਭਰਦਾ ਪਿਆ। ਮੱਖਣ ਸ਼ਾਹ ਲਵਾਣੇ ਨੇ ਜਦੋਂ ਅੱਖਾਂ ਖੋਲੀਆਂ, ਕਹਿੰਦੇ ਜਾਨ ਵੀ ਬਚ ਗਈ, ਸਾਰਾ ਮਾਲ ਵੀ ਬਚ ਗਿਆ, ਕੰਢੇ ਲੱਗਿਆ ਖੜਾ ਜਹਾਜ਼, ਕੰਢੇ ਲੱਗਿਆ ਖੜਾ ਸਹੀ ਸਲਾਮਤ। ਫਿਰ ਇਹ ਗੁਜਰਾਤ ਵਿੱਚ ਟਾਂਡਾ ਪੈਂਦਾ, ਜਿੱਥੋਂ ਦੇ ਰਹਿਣ ਵਾਲਾ ਸੀ ਮੱਖਣ ਸ਼ਾਹ ਲਵਾਣਾ। ਫਿਰ ਧੰਨ ਗੁਰੂ ਨਾਨਕ ਜੀ ਦੇ ਦਰਬਾਰ ਦਾ ਪਤਾ ਕਰਨ ਭੱਜ ਪਿਆ, ਫਿਰ ਵੀ ਲੱਭਾਂ ਗੁਰੂ ਨਾਨਕ ਦੇ ਘਰ ਦਾ ਮਾਲਕ ਕੌਣ ਆ। ਦਿੱਲੀ ਪਹੁੰਚਿਆ ਮੱਖਣ ਸ਼ਾਹ ਲਵਾਣਾ, ਪ੍ਰੇਮ ਵਾਲਿਆਂ ਨੂੰ ਪੁੱਛਦਾ ਫਿਰਦਾ, ਕਹਿੰਦਾ ਗੁਰੂ ਨਾਨਕ ਦੇ ਘਰ ਦਾ ਮਾਲਕ ਕੌਣ ਆ। ਪ੍ਰੇਮ ਵਾਲੇ ਕਹਿੰਦੇ 8ਵੇਂ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਮਹਾਰਾਜ ਉੱਤੇ ਸੱਚਖੰਡ ਚਲੇ ਗਏ, ਉੱਤੇ ਜੋਤੀ ਜੋਤ ਸਮਾ ਗਏ। ਪਰ ਮਹਾਰਾਜ ਜਾਣ ਵੇਲੇ ਬਚਨ ਕਹਿ ਕੇ ਗਏ ਨੇ, ਬਾਬਾ ਬਸਦਾ ਵਿੱਚ ਬਕਾਲੇ। ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚਖੰਡ ਜਾਣ ਵੇਲੇ ਇਹ ਬਚਨ ਕਹਿ ਕੇ ਗਏ ਨੇ, ਬਾਬਾ ਬਸਦਾ ਵਿੱਚ ਬਕਾਲੇ। ਬਾਬਾ ਬਕਾਲਾ ਸਾਹਿਬ ਦੀ ਜਿਹੜੀ ਧਰਤੀ ਆ ਨਾ, ਇਹ ਜਦੋਂ ਆਪਾਂ ਜਲੰਧਰ ਤੋਂ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਆ, ਅੱਗੇ ਬਿਆਸ ਪੈਂਦਾ, ਬਿਆਸ ਤੋਂ ਥੋੜਾ ਅੱਗੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਆ। ਇੱਥੇ ਇਹ ਵੀ ਕਹਿੰਦੇ ਆ, ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਇਦਾਂ ਕਿਉਂ ਕਿਹਾ, ਬਾਬਾ ਬਸਦਾ ਵਿੱਚ ਬਕਾਲੇ। ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਸਨ, ਉਹ ਬਾਬਿਆਂ ਦੀ ਥਾਂ ਲੱਗਦੇ ਸੀ ਮਹਾਰਾਜ ਦੇ। ਗੁਰੂ ਹਰਗੋਬਿੰਦ ਮਹਾਰਾਜ ਦੇ ਸਾਹਿਬਜ਼ਾਦੇ ਸੀ ਗੁਰੂ ਤੇਗ ਬਹਾਦਰ ਮਹਾਰਾਜ। ਇਹਨਾਂ ਦਾ ਪਹਿਲਾ ਜਿਹੜਾ ਨਾਮ ਸੀ ਤਿਆਗਮਲ ਸੀ। ਫਿਰ ਜੰਗ ਦੇ ਮੈਦਾਨ ਵਿੱਚ ਐਸੀ ਤੇਗ ਵਾਹੀ, ਇਹਨਾਂ ਦਾ ਨਾਮ ਤੇਗ ਬਹਾਦਰ। ਜਦੋਂ ਜੰਗ ਜਿੱਤ ਲਈ, ਜਦੋਂ ਮੋਰਚਾ ਫਤਿਹ ਹੋ ਗਿਆ, ਤਿਆਗਮਲ ਤੋਂ ਨਾਮ ਬਦਲ ਕੇ ਤੇਗ ਬਹਾਦਰ ਰੱਖਿਆ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬਿਆਂ ਦੇ ਥਾਂ ਲੱਗਦੇ ਸੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ। ਤਾਂ ਕਰਕੇ ਬਚਨ ਕਹਿ ਦਿੱਤਾ ਸੀ, ਬਾਬਾ ਬਸਦਾ ਵਿੱਚ ਬਕਾਲੇ, ਵੀ ਜਿਹੜੀ 9ਵੀਂ ਜੋਤ ਆ ਗੁਰੂ ਨਾਨਕ ਦੀ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋਏਗੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੱਖਣ ਸ਼ਾਹ ਲਵਾਣਾ ਫਿਰ ਦਿੱਲੀੋਂ ਚੱਲਿਆ, ਪੈਂਡਾ ਮੁਕਾ ਕੇ ਜਦੋਂ ਪੁੱਜਿਆ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਇਆ। ਇਤਿਹਾਸ ਕੀ ਕਹਿੰਦਾ, ਕਹਿੰਦੇ 22 ਮੰਜੀਆਂ ਢਾ ਕੇ ਗੁਰੂ ਬਣ ਕੇ ਬਹਿ ਗਏ ਸੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਹੜੇ ਧੀਰ ਮੱਲੀਏ ਰਾਮ ਰਾਏ, ਉਹਨਾਂ ਦੀ ਕੁੱਲ ਚੋਂ, ਪਿਰਥੀ ਚੰਦ ਦੀ ਕੁੱਲ ਚੋਂ, ਕਹਿੰਦੇ 22 ਮੰਜੀਆਂ ਢਾ ਕੇ ਗੁਰੂ ਬਣ ਕੇ ਬਹਿ ਗਏ। ਪਤਾ ਸੀ ਮੱਖਣ ਸ਼ਾਹ ਲਵਾਣਾ ਆਏਗਾ, ਸੋਨੇ ਦੀਆਂ ਮੋਹਰਾਂ ਮੱਥਾ ਟੇਕੇਗਾ। ਮੱਖਣ ਸ਼ਾਹ ਲਵਾਣਾ ਆਇਆ, ਮਨ ਵਿੱਚ ਇਹ ਸੰਸਾ ਪੈ ਗਿਆ ਬਈ ਮਨਾ 22 ਗੁਰੂ ਬਣ ਕੇ ਬੈਠੇ ਨੇ, 22 ਮੰਜੀਆਂ ਢਾ ਕੇ ਬੈਠੇ ਨੇ, ਪਤਾ ਕਿਵੇਂ ਲੱਗੇ ਇਹਨਾਂ ਵਿੱਚ ਪੂਰਾ ਕਿਹੜਾ ਅਧੂਰਾ ਕਿਹੜਾ। ਇੰਨਾ ਕੁ ਗਿਆਨ ਮਹਾਰਾਜ ਅੰਦਰ ਕਰਾ ਜਾਂਦੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੁਹਾਡੇ ਮਨ ਵਿੱਚ ਪ੍ਰੇਮ ਚਾਹੀਦਾ,
ਇੰਨਾ ਕੁ ਗਿਆਨ ਮਹਾਰਾਜ ਆਪੇ ਦੇ ਜਾਂਦੇ ਨੇ। ਮੈਨੂੰ ਘਟਨਾ ਇੱਕ ਯਾਦ ਆ ਜਾਂਦੀ ਹੈ, ਨਿੱਕੀ ਜੀ ਗੱਲ। ਸਾਡੇ ਪਿੰਡ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣਾ ਸੀ, ਪਿੰਡ ਦੇ ਗੁਰੂ ਘਰ। ਮੈਂ ਦੁਪਹਿਰ ਵੇਲੇ ਬੈਠਾ, ਬਾਬਾ ਜੀ ਨੇ ਅਨਾਉਂਸਮੈਂਟ ਕੀਤੀ, ਭਾਈ ਸ਼ਹੀਦੀ ਜਨਮ ਦਿਹਾੜਾ ਮਨਾਉਣਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਮੈਂ ਸੱਚ ਕਹਿਣਾ, ਮੇਰੇ ਮਨ ਵਿੱਚ ਖਿਆਲ ਆ ਗਿਆ ਵੀ ਬਾਬੇ ਨੂੰ ਇੰਨਾ ਵੀ ਨਹੀਂ ਪਤਾ ਵੀ ਸ਼ਹੀਦੀ ਜਨਮ ਦਿਹਾੜਾ ਜਾਂ ਸ਼ਹੀਦੀ ਗੁਰਪੁਰਬ ਆ। ਇਹ ਜਨਮ ਦਿਹਾੜਾ ਕਹਿੰਦਾ, ਪਰ ਸੱਚ ਜਾਣਿਓ ਮੇਰੇ ਅੰਦਰ ਆਪੇ ਜਵਾਬ ਆ ਗਿਆ, ਉਹ ਮਨਾ ਸ਼ੰਕਾ ਨਾ ਕਰ, ਸ਼ਹੀਦੀ ਨੂੰ ਜਨਮ ਦੇਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਪ੍ਰੇਮ ਵਾਲੇ ਨੇ ਸ਼ਹੀਦੀ ਜਨਮ ਦਿਹਾੜਾ ਕਹਿ ਦਿੱਤਾ, ਸ਼ਹੀਦੀ ਨੂੰ ਜਨਮ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਕੋਈ ਗੱਲ ਨਹੀਂ। ਮਨ ਵਿੱਚ ਭਾਵਨਾ ਹੋਵੇ। ਮੱਖਣ ਸ਼ਾਹ ਲਵਾਣਾ ਕਹਿੰਦਾ, ਮਨਾ ਪਰਖ ਕਿਵੇਂ ਕਰਾਂ, 22 ਮੰਜੀਆਂ ਢਾ ਕੇ ਗੁਰੂ ਬਣ ਕੇ ਬੈਠੇ ਨੇ, ਇਹਨਾਂ ਵਿੱਚ ਪੂਰਾ ਕਿਹੜਾ ਅਧੂਰਾ ਕਿਹੜਾ। ਕਹਿੰਦੇ ਮੱਖਣ ਸ਼ਾਹ ਲਵਾਣੇ ਦੇ ਮਨ ਵਿੱਚ ਆ ਗਈ ਕਿਰਪਾ, ਇੰਨਾ ਕੁ ਗਿਆਨ ਮਹਾਰਾਜ ਨੇ ਬਖਸ਼ਿਆ। ਕਹਿੰਦੇ 22 ਮੰਜੀਆਂ ਨੇ, 5 ਮੋਹਰਾਂ ਰੱਖੀ ਜਾ, ਮੱਥਾ ਟੇਕੀ ਜਾ। ਜਿਹੜਾ ਪੂਰਾ ਹੋਇਆ ਨਾ, ਪੂਰਾ ਆਪਣੀ ਭੇਟਾ ਆਪੇ ਮੰਗ ਕੇ ਲੈ ਲੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ 22 ਮੰਜੀਆਂ ਨੂੰ ਮੱਥਾ ਟੇਕਿਆ। ਮੈਂ ਗੱਲ ਨੇੜੇ ਲਿਆਵਾਂ, 5 ਮੋਹਰਾਂ ਰੱਖਿਆ ਕਰੇ, ਮੱਥਾ ਟੇਕ ਕੇ ਅੱਗੇ ਤੁਰ ਜਾਇਆ ਕਰੇ। 5 ਮੋਹਰਾਂ ਰੱਖਿਆ ਕਰੇ, ਮੱਥਾ ਟੇਕਿਆ ਕਰੇ, ਅੱਗੇ ਚੱਲ ਪਾਇਆ ਕਰੇ। 22 ਮੰਜੀਆਂ ਨੂੰ ਮੱਥਾ ਟੇਕਿਆ, ਕਿਸੇ ਨੇ ਭੇਟਾ ਮੰਗੀ ਨਹੀਂ ਆਪਣੀ। ਹੁਣ ਕਈ ਹਾਕਾਂ ਵੀ ਮਾਰਦੇ ਨੇ, ਆਵਾਜ਼ਾਂ ਵੀ ਮਾਰਦੇ ਨੇ, ਮੱਖਣ ਸ਼ਾਹ ਲਵਾਣਿਆ ਫੇਰ ਮੱਥਾ ਟੇਕ ਦੇ, 5 ਮੋਹਰਾਂ ਸੋਨੇ ਦੀਆਂ ਰੱਖ ਕੇ ਹੋਰ ਮੱਥਾ ਟੇਕ ਜਾ। ਮੱਖਣ ਸ਼ਾਹ ਲਵਾਣਾ ਕਹਿੰਦਾ, ਬਾਈ ਮੰਜੀਆਂ ਡੱਠੀਆਂ ਨੇ, ਕਹਿੰਦਾ 22 ਮੰਜੀਆਂ ਡੱਠੀਆਂ ਨੇ, ਇਹਨਾਂ ਵਿੱਚ ਸੱਚਾ ਇੱਕ ਵੀ ਨਹੀਂ, ਸੱਚਾ ਗੁਰੂ ਨਹੀਂ ਲੱਭਿਆ, ਹੋਈਆਂ ਲੋਥਾਂ ਇਕੱਠੀਆਂ ਨੇ। ਮੱਖਣ ਸ਼ਾਹ ਲਵਾਣਾ ਕਹਿੰਦਾ ਸੱਚਾ ਇਹਨਾਂ ਵਿੱਚ ਕੋਈ ਨਹੀਂ, ਇਹ ਤੇ 22 ਮੰਜੀਆਂ ਨੇ, 22 ਡੈੱਡ ਬੋਡੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੱਖਣ ਸ਼ਾਹ ਲਵਾਣੇ ਨੇ ਫਿਰ ਪੁੱਛਿਆ, ਕਹਿੰਦਾ ਕੋਈ ਹੋਰ ਵੀ ਹੈ ਇੱਥੇ? ਪ੍ਰੇਮ ਵਾਲਾ ਕਹਿੰਦਾ ਇੱਕ ਤੇਗ ਬਹਾਦਰ ਨਾਮ ਕਰਕੇ ਬੈਠੇ ਨੇ, 26 ਸਾਲ 9 ਮਹੀਨੇ 13 ਦਿਨ ਹੋ ਗਏ, ਉਹ ਮਿਲਦੇ ਨਹੀਂ, ਦਰਸ਼ਨ ਨਹੀਂ ਦਿੰਦੇ ਕਿਸੇ ਨੂੰ। ਮੱਖਣ ਸ਼ਾਹ ਲਵਾਣਾ ਕਹਿੰਦਾ ਚੱਲ ਮਨਾ, ਜੇ ਭਾਗਾਂ ਵਿੱਚ ਮੇਲਾ ਹੋਇਆ, ਉਹ ਦਿਲ ਵਿੱਚ ਹੋਵੇ ਤਾਂਗ ਪਿਆਰੇ ਮਿਲਦੇ ਨੇ। ਤੁਹਾਡੇ ਮਨ ਵਿੱਚ ਪਾਣੀ ਦੀ ਪਿਆਸ ਹੋਣੀ ਚਾਹੀਦੀ ਹੈ, ਜਿੱਥੇ ਚਾਹ ਉੱਥੇ ਰਾਹ। ਪੜ੍ਹਦੇ ਰਹੇ ਆ ਨਾ ਨਿੱਕੇ ਹੁੰਦੇ, ਜੇ ਅੰਦਰ ਚਾਹਨਾ ਨਹੀਂ ਫੇਰ ਨਹੀਂ ਗੱਲ ਬਣਦੀ। ਮੱਖਣ ਸ਼ਾਹ ਲਵਾਣਾ ਕਹਿੰਦਾ ਮਨਾ, ਜੇ ਭਾਗਾਂ ਵਿੱਚ ਮੇਲਾ ਹੋਇਆ ਦਰਸ਼ਨ ਦੇ ਦੇਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਜਾ ਕੇ ਪਤਾ ਕੀਤਾ, ਬੇਬੇ ਨਾਨਕੀ ਜੀ ਪਹਿਰੇ ਤੇ ਖਲੋਤੇ ਨੇ, ਮਾਤਾ ਨਾਨਕੀ ਜੀ। ਥੋੜਾ ਚਿਰ ਬੇਬੇ ਨਾਨਕੀ, ਮਾਤਾ ਨਾਨਕੀ ਜੀ ਨੇ ਪਹਿਰਾ ਦਿੱਤਾ, ਤੇ ਫਿਰ ਕਈ ਸਾਲ ਮਾਤਾ ਗੁਜਰੀ ਜੀ ਪਹਿਰੇ ਤੇ ਖਲੋਤੇ ਰਹੇ ਨੇ, ਕਈ ਸਾਲ। ਮੱਖਣ ਸ਼ਾਹ ਲਵਾਣਾ ਗਿਆ, ਜਾ ਕੇ ਕਹਿੰਦਾ ਮਾਤਾ ਜੀ ਮੈਂ ਦਰਸ਼ਨ ਕਰਨ ਆਇਆ। ਤੇ ਮਾਤਾ ਨਾਨਕੀ ਜੀ ਕਹਿੰਦੇ ਭਾਈ ਆਗਿਆ ਲੈਣੀ ਪੈਣੀ ਆ, ਪੁੱਛਣਾ ਪੈਣਾ। ਅੱਧਾ ਭਰਮ ਇੱਥੇ ਮੁੱਕ ਗਿਆ ਮੱਖਣ ਸ਼ਾਹ ਲਵਾਣੇ ਦਾ, ਵੀ ਬਾਕੀ ਤੇ ਖਿੱਚ ਕਰਦੇ ਸੀ, ਉਹ ਕਹਿੰਦਾ ਸਾਡੇ ਵਾਲਾ ਪੂਰਾ, ਉਹ ਕਹਿੰਦਾ ਸਾਡੇ ਵਾਲਾ ਪੂਰਾ। ਇਹ ਕਹਿੰਦੇ ਨੇ ਪਹਿਲਾਂ ਆਗਿਆ ਲੈਣੀ ਪੈਣੀ ਆ, ਪਹਿਲਾਂ ਪੁੱਛਣਾ ਪੈਣਾ। ਫਿਰ ਮਾਤਾ ਜੀ ਨੇ ਆਵਾਜ਼ ਮਾਰੀ, ਕਹਿੰਦੇ ਲਾਲ ਜੀ, ਧੰਨ ਗੁਰੂ ਤੇਗ ਬਹਾਦਰ ਜੀ, ਕੋਈ ਮੱਖਣ ਸ਼ਾਹ ਲਵਾਣਾ ਨਾਮੀ ਸੇਵਕ ਆਇਆ, ਤੁਹਾਡੇ ਦਰਸ਼ਨ ਮੰਗਦਾ ਮਹਾਰਾਜ, ਕੀ ਹੁਕਮ ਆ? ਮਹਾਰਾਜ ਕਹਿੰਦੇ ਨੇ ਉਹਨੂੰ ਕਹਿ ਦਿਓ ਚਲਿਆ ਜਾਏ, ਦਰਸ਼ਨ ਨਹੀਂ ਹੋਣੇ। ਆਪਾਂ ਤੇ ਇੱਕ ਵਾਰੀ ਆਏ, ਮੱਥਾ ਟੇਕਿਆ, ਚਲੇ ਗਏ ਭਾਈ। ਮਨ ਮਾਰ ਕੇ ਬਹਿਣਾ ਪੈਂਦਾ, ਮਨ ਮਾਰ ਕੇ।
5 ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹ ਲਿਆ ਕਰੋ, ਇੱਕ ਪਾਠ ਜਪਜੀ ਸਾਹਿਬ ਦਾ ਕਰ ਲਿਆ ਕਰੋ ਬਹਿ ਕੇ, ਇੱਕ ਪਾਠ ਚੌਪਈ ਸਾਹਿਬ ਦਾ ਕਰ ਲਿਆ ਕਰੋ ਮਾਲਕ ਦੇ ਸਾਹਮਣੇ ਬਹਿ ਕੇ। ਇਹ ਆ ਲੋਕ ਦਾ ਸੱਚਖੰਡ ਆ, ਗੁਰੂ ਨਾਨਕ ਦਾ ਘਰ। ਜਿਹੜਾ ਜਿਉਂਦੇ ਜੀ ਆ ਸੱਚਖੰਡ ਵਿੱਚ ਆ ਜਾਂਦਾ ਨਾ, ਉਹਨੂੰ ਅਗਲਾ ਦਰਗਾਹੀ ਸੱਚਖੰਡ ਵੀ ਮਿਲ ਜਾਂਦਾ। ਪਰ ਖਿਮਾ ਕਰਿਓ, ਜਿਹੜਾ ਜਿਉਂਦੇ ਜੀ ਆ ਸੱਚਖੰਡ ਵਿੱਚ ਨਹੀਂ ਆਇਆ, ਭਾਵੇਂ ਬਾਬਾ ਜੀ 50 ਵਾਰ ਕਹਿ ਦੇਣ ਮਹਾਰਾਜ ਬੜਾ ਗੁਰਮੁਖੀ ਚਰਨਾਂ 'ਚ ਵਾਸਾ ਦੇ ਦੇ, ਹੋ ਜਾਏਗਾ? ਨਹੀਂ। ਆ ਲੋਕ ਦਾ ਸੱਚਖੰਡ ਆ ਗੁਰੂ ਨਾਨਕ ਦਾ ਘਰ। ਮੱਖਣ ਸ਼ਾਹ ਲਵਾਣੇ ਨੂੰ ਮਹਾਰਾਜ ਨੇ ਪਰਖਿਆ। ਮਹਾਰਾਜ ਕਹਿੰਦੇ ਕਹਿ ਦਿਓ ਚਲਿਆ ਜਾਏ, ਦਰਸ਼ਨ ਨਹੀਂ ਹੋਣੇ। ਲਾ ਲਾ ਕਸਬਟੀਆਂ ਪਰਖਦਾ ਏ, ਰੱਬ ਪਰਖਦਾ ਭਗਤ ਪਿਆਰੇ। ਮਹਾਰਾਜ ਵੇਖਦੇ ਨੇ ਵੀ ਸਾਡਾ ਹੀ ਬਣ ਕੇ ਬਹਿੰਦਾ ਜਾਂ ਕਾਹਲਾ ਕਰੀ ਬੈਠਾ ਮਨ, ਭੱਜੇਗਾ। ਬੜੇ ਲੋਕੀ ਆਉਂਦੇ ਨੇ, ਮੱਥਾ ਟੇਕਿਆ, ਮਨ ਵਿੱਚ ਸਹਿਜ ਨਹੀਂ ਆਇਆ, ਸਾਡੀਆਂ ਕਾਹਲੀਆਂ ਨਹੀਂ ਮੁੱਕਦੀਆਂ। ਗੁਰੂ ਘਰ ਆ ਕੇ ਵੀ ਮੈਨੂੰ ਯਾਦ ਆ ਗਈ ਗੱਲ, ਆਨੰਦ ਕਾਰਜ ਕਰਾਉਣੇ ਸੀ। ਉਹ ਰਾਗੀ ਸਿੰਘ ਨੂੰ, ਗ੍ਰੰਥੀ ਸਿੰਘ ਨੂੰ ਕਹਿੰਦੇ ਬਾਬਾ ਜੀ 5 ਮਿੰਟ ਲਾਇਓ। ਜਦੋਂ ਆਏ ਨਾ ਆਨੰਦ ਕਾਰਜ ਕਰਾਉਣ, ਉਹ ਗ੍ਰੰਥੀ ਕਹਿੰਦਾ ਬਾਬਾ ਜੀ ਫਿਰ ਮੈਂ ਵੀ ਕਹਿ ਦਿੱਤਾ, ਭਾਈ ਜੇ 5 ਮਿੰਟ ਲਾਉਣੇ ਨੇ ਨਾ, ਇੱਥੇ ਦਰਵਾਜ਼ੇ ਅੱਗੇ ਖੜ ਕੇ ਬਰਮਾਲਾ ਪਾ ਲਓ, ਮੁੜ ਜਾਓ ਮਹਾਰਾਜ ਨੂੰ ਮੱਥਾ ਟੇਕ ਕੇ। ਇਹ ਜ਼ਰੂਰੀ ਆ। ਬਾਕੀ ਸਾਰਾ ਦਿਨ ਫੋਟੋਆਂ ਖਿੱਚੀ ਜਾਂਦੇ ਆ, ਵੀਡੀਓ ਬਣਦੀਆਂ ਰਹਿੰਦੀਆਂ ਨੇ, ਕਦੇ ਮਹਿੰਦੀ ਲਾਈ, ਕਦੇ ਕੁਛ ਕੀਤਾ, ਕਦੇ ਕੁਝ ਕੀਤਾ। ਜਦੋਂ ਆਨੰਦ ਕਾਰਜਾਂ ਦਾ ਵੇਲਾ, ਬਾਬਾ ਜੀ 5 ਮਿੰਟ ਲਾਇਓ ਕਹਿੰਦੇ ਆ ਨਾ, ਬਾਬਾ ਜੀ ਟਾਈਮ ਨਾ ਲਾਇਓ। ਜਿਹੜੇ ਕਹਿੰਦੇ ਨੇ 5 ਮਿੰਟ ਲਾਇਓ, 5 ਮਹੀਨੇ ਲੰਘਦੇ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰੂ ਨਾਨਕ ਦੇ ਘਰ ਵਿੱਚੋਂ ਕਿਰਪਾ ਲੈਣ ਆਉਨੇ ਆ, ਗ੍ਰਸਥ ਜੀਵਨ ਦੀ। ਦੋਨੋਂ ਪਰਿਵਾਰਾਂ ਨੂੰ ਸਹਿਯੋਗ ਦੇਣਾ ਪੈਂਦਾ, ਮੁੰਡੇ ਵਾਲਿਆਂ ਨੂੰ ਵੀ, ਕੁੜੀ ਵਾਲਿਆਂ ਨੂੰ ਵੀ। ਇਹ ਛੋਟਾ ਕਾਰਜ ਨਹੀਂ ਹੁੰਦਾ, ਆਨੰਦ ਕਾਰਜ ਹੁੰਦੇ ਨੇ। ਮਾਲਕ ਦੇ ਘਰ ਵਿੱਚੋਂ ਕਿਰਪਾ ਲੈਣ ਆਉਨੇ ਆ, ਸਾਡੀਆਂ ਕਾਹਲੀਆਂ ਮੁੱਕ ਜਾਣ। ਆ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਮਹਾਰਾਜ ਪਰਖਦੇ ਨੇ, ਸਾਡਾ ਹੀ ਆ ਜਾਂ ਕਿਸੇ ਪੀਰ ਦਾ ਬਣ ਜਾਏਗਾ ਜਾ ਕੇ, ਜਾਂ ਬਾਹਰ ਕਿਤੇ ਹੋਰ ਭਟਕਦਾ ਫਿਰੇਗਾ, ਮੱਥਾ ਟੇਕਦਾ ਫਿਰੇਗਾ। ਲਾ ਲਾ ਕਸਵੱਟੀਆਂ ਪਰਖਦਾ ਏ, ਲਾ ਲਾ ਕਸਵੱਟੀਆਂ ਪਰਖਦਾ ਏ, ਰੱਬ ਪਰਖਦਾ ਭਗਤ ਪਿਆਰਿਆਂ ਨੂੰ। ਮਹਾਰਾਜ ਪਰਖਦੇ ਨੇ, ਸਾਡਾ ਹੀ ਆ ਜਾਂ ਕਾਲਾ ਪੈਂਦਾ ਮਨ ਇਹਦਾ। ਮਹਾਰਾਜ ਕਹਿੰਦੇ ਕਹਿ ਦਿਓ ਚਲਿਆ ਜਾਏ, ਮੱਖਣ ਸ਼ਾਹ ਲਵਾਣਾ, ਨਹੀਂ ਦਰਸ਼ਨ ਹੋਣੇ। ਇਹ ਗਿਆ ਨਹੀਂ, ਫਿਰ ਚੌਂਕੜਾ ਮਾਰ ਕੇ ਬਹਿ ਗਿਆ, ਮਹਾਰਾਜ ਮੈਂ ਦਰਸ਼ਨ ਕੀਤੇ ਬਿਨਾ ਜਾਣਾ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਵੇਰ ਦਾ ਬੈਠਾ, ਦੁਪਹਿਰ ਆਈ, ਲੰਘ ਗਈ, ਸ਼ਾਮਾਂ ਪੈਣ ਵਾਲੀਆਂ ਹੋ ਗਈਆਂ। ਕਹਿੰਦੇ ਜਲ ਪਾਣੀ ਛਕ ਲਓ ਭਾਈ, ਕਹਿੰਦਾ ਨਾ ਛਕਣਾ ਨਹੀਂ। ਆਰਾਮ ਕਰ ਲਓ, ਕਹਿੰਦਾ ਨਾ ਆਰਾਮ ਵੀ ਨਹੀਂ ਕਰਨਾ। ਕਹਿੰਦਾ ਆਪਣੇ ਮਾਲਕ ਦਾ ਦਰ ਛੱਡ ਕੇ ਜਾਵਾਂ, ਭਾਵੇਂ ਸਵਰਗਾਂ ਦਾ ਰਾਜ ਮਿਲੇ, ਹਮ ਪਾਓ ਨਹੀਂ ਰੱਖਤੇ। ਕਿਉਂ? ਜਿਹੜਾ ਮਨ ਦਾ ਆਨੰਦ ਆ ਨਾ, ਆ ਗੁਰੂ ਨਾਨਕ ਦੇ ਚਰਨਾਂ ਵਿੱਚ ਬਹਿ ਕੇ ਮਿਲਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੈ ਹੁਣ ਇਕਾਗਰਤਾ ਬਣਾ ਕੇ ਮਨ ਜੋੜੀ ਬੈਠੇ ਹੋ, ਬਾਹਰ ਚੇਤਾ ਆਇਆ ਵੀ ਕਿੱਥੋਂ ਆਇਆ? ਨਹੀਂ ਭਾਈ, ਭੁੱਲ ਗਿਆ ਨਾ ਸਾਰਾ ਕੁਝ। ਆ ਜਿਹੜਾ ਆਨੰਦ ਆ, ਇਹ ਠੇਕਿਆਂ ਤੇ ਜਾ ਕੇ ਨਹੀਂ ਮਿਲਦਾ। ਮਨ ਚਾਹੁੰਦਾ ਮੇਲਾ ਹੋਵੇ, ਮਨ ਚਾਹੁੰਦਾ ਚਰਨਾਂ ਵਿੱਚ ਬੈਠਾ, ਆਨੰਦ ਆਵੇ, ਮਨ ਜੁੜੇ। ਆ ਜਿਹੜੀ ਕਿਰਪਾ, ਆ ਜਿਹੜਾ ਆਨੰਦ ਆ, ਬਾਜ਼ਾਰਾਂ ਵਿੱਚ ਜਾ ਕੇ ਨਹੀਂ ਮਿਲਦਾ, ਇਹ ਯਾਦ ਰੱਖਿਓ। ਬਾਜ਼ਾਰਾਂ ਵਿੱਚ ਜਾਂਦੇ ਆ, ਸੌਦੇਬਾਜ਼ੀਆਂ ਕਰਨੀਆਂ ਸਿੱਖ ਲੈਂਦੇ ਆ, ਘਾਟੇ ਵਾਧੇ ਕਰਨੇ ਸਿੱਖ ਲੈਂਦੇ ਆ, ਪਰ ਜੇ ਕਹੀਏ ਵੀ ਆਹ ਕਿਰਪਾ ਮਿਲੇ, ਇਹ ਨਹੀਂ ਕਿਰਪਾ ਮਿਲਦੀ। ਇਹ ਆਨੰਦ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਵਿੱਚ ਬਹਿ ਕੇ ਮਿਲਦਾ। ਆ ਮੈਨੂੰ ਪ੍ਰੇਮ ਵਾਲੇ ਕਹਿੰਦੇ ਬਾਬਾ ਜੀ ਆ ਧਾਰਨਾ ਗਾਇਓ, ਕਰਿਓ ਫਿਰ ਕਿਰਪਾ ਸਾਰੇ। ਸੁਖ ਕਿਤੇ ਨਾ ਮਿਲਦਾ ਜੀ, ਆ ਜਿਹੜਾ ਮਨ ਦਾ ਆਨੰਦ ਆ, ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਸੁਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਹਾਂ ਕਿਤੇ ਨਾ ਮਿਲਦਾ ਜੀ, ਮਿਲ
ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਹਾਂ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਮਨ ਕਿਤੇ ਨਾ ਟਿਕਦਾ ਜੀ, ਕਿਤੇ ਨਾ ਟਿਕਦਾ ਜੀ, ਮਨ ਕਿਤੇ ਨਾ ਟਿਕਦਾ ਜੀ ਕਿਤੇ ਨਾ ਟਿਕਦਾ ਜੀ, ਮਨ ਕਿਤੇ ਨਾ ਟਿਕਦਾ, ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰ ਚਰਨਾਂ ਵਿੱਚ ਆ ਕੇ। ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰ ਚਰਨਾਂ ਵਿੱਚ ਆ ਕੇ। ਮਨ ਕਿਤੇ ਨਾ ਟਿਕਦਾ ਜੀ ਟਿਕਦਾ ਗੁਰ ਚਰਨਾਂ ਵਿੱਚ ਆ ਕੇ। ਹਾਂ ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰ ਚਰਨਾਂ ਵਿੱਚ ਆ ਕੇ। ਬੋਲੋ ਜੀ ਕਿਤੇ ਨਾ ਟਿਕਦਾ, ਟਿਕਦਾ ਗੁਰ ਚਰਨਾਂ ਵਿੱਚ ਆ ਕੇ। ਮਨ ਕਿਤੇ ਨਾ ਟਿਕਦਾ ਗੁਰ ਚਰਨਾਂ ਵਿੱਚ ਆ ਕੇ। ਸੁਖ ਕਿਤੇ ਨਾ ਮਿਲਦਾ, ਕਿਤੇ ਨਾ ਮਿਲਦਾ ਜੀ, ਕਿਤੇ ਨਾ ਮਿਲਦਾ ਜੀ ਕਿਤੇ ਨਾ ਮਿਲਦਾ ਜੀ ਸੁਖ। ਸੁਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਸੁਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾਂ ਵਿੱਚ ਆ ਆ, ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਸੁਖ ਕਿਤੇ ਨਾ ਮਿਲਦਾ, ਸੁਖ ਕਿਤੇ ਨਾ ਮਿਲਦਾ ਜੀ। ਮਿਲਦਾ ਗੁਰ ਚਰਨਾਂ ਵਿੱਚ ਆ ਕੇ। ਆ ਜਿਹੜਾ ਮਨ ਦਾ ਆਨੰਦ ਆ, ਮਹਾਰਾਜ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀਏ। ਇਹ ਜਿਹੜਾ ਮਨ ਦਾ ਆਨੰਦ ਆ ਨਾ, ਕੇਵਲ ਤੇ ਕੇਵਲ ਗੁਰੂ ਦੇ ਸਾਹਮਣੇ ਬਹਿ ਕੇ ਮਿਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੱਖਣ ਸ਼ਾਹ ਲਵਾਣਾ ਕਹਿੰਦਾ ਮੈਂ ਮਾਲਕ ਦਾ ਦਰ ਛੱਡ ਕੇ ਨਹੀਂ ਜਾਣਾ, ਭਾਵੇਂ ਸਵਰਗਾਂ ਦਾ ਰਾਜ ਮਿਲੇ, ਹਮ ਪਾਉ ਨਹੀਂ ਰੱਖਤੇ। ਫਿਰ ਸ਼ਾਮਾਂ ਪੈਣ ਵਾਲੀਆਂ ਹੋ ਗਈਆਂ। ਮੱਖਣ ਸ਼ਾਹ ਲਵਾਣਾ ਕਹਿੰਦਾ ਮਹਾਰਾਜ ਮੈਂ ਮਾਇਆ ਮੰਗਣ ਨਹੀਂ ਆਇਆ, ਮੈਂ ਧੀਆਂ ਪੁੱਤਰਾਂ ਦੇ ਸੁੱਖ ਮੰਗਣ ਨਹੀਂ ਆਇਆ। ਦਾਤਾ ਜੀ ਦਰਸ਼ਨ ਮੰਗੋ ਦੇਹ ਪਿਆਰੇ। ਆਪਾਂ ਤੇ ਆਏ ਮਹਾਰਾਜ ਮੇਰਾ ਮੁੰਡਾ ਬਾਹਰ ਚਲਿਆ ਜਾਏ, ਮਹਾਰਾਜ ਮੇਰੀ ਕੋਠੀ ਬਣ ਜੇ, ਮੇਰਾ ਮੁੰਡਾ ਨੌਕਰੀ ਲੱਗ ਜੇ, ਮੇਰੀ ਗਰੀਬੀ ਕੱਟ ਦਿਓ। ਜੇ ਕੱਟਤੀ ਤਾਂ ਤੇਰੇ ਸੇਵਕ ਆ, ਨਹੀਂ ਅਸੀਂ ਤੇਰੇ ਨਹੀਂ, ਤੂੰ ਸਾਡਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਾਂ ਮੇਰਾ ਮੁੰਡਾ ਬਾਹਰ ਜਾਵੇ, ਬਾਹਰ ਗਿਆ ਤੇ ਪੱਕਾ ਹੋ ਜੇ ਤਾਂ ਸਹਿਜ ਪਾਠ ਕਰਾਵਾਂਗੇ, ਤਾਂ ਅਖੰਡ ਪਾਠ ਸਾਹਿਬ ਕਰਾਵਾਂਗੇ। ਇਹ ਸਾਡਾ ਪਿਆਰ ਨਹੀਂ, ਇਹ ਸਾਡਾ ਵਪਾਰ ਆ ਵੀ ਪਹਿਲਾਂ ਸਾਡਾ ਕੰਮ ਕਰ ਤੇਰਾ ਬਾਅਦ ਵਿੱਚ ਕਰਾਂਗੇ। ਇਹ ਸਾਡਾ ਪਿਆਰ ਨਹੀਂ। ਪ੍ਰੇਮ ਵਾਲਾ ਉਹ ਤੇ ਆ ਕੇ ਹੱਥ ਜੋੜ ਕੇ ਖੜ ਜਾਂਦਾ, ਮਾਲਕਾ ਭਾਵੇਂ ਬੁਰੇ ਆ ਭਾਵੇਂ ਭਲੇ ਆ, ਅਸੀਂ ਤੇਰੇ ਆ। ਮਾਲਕਾ ਸਿਰ ਤੇ ਮੇਰਾ ਭਰਿਆ ਹੱਥ ਰੱਖਿਓ। ਮਹਾਰਾਜ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਮੱਖਣ ਸ਼ਾਹ ਲਵਾਣਾ ਧਰਨਾ ਲਾ ਕੇ ਬਹਿ ਗਿਆ, ਕਹਿੰਦਾ ਮਹਾਰਾਜ ਮੈਂ ਦਰਸ਼ਨ ਮੰਗਣ ਆਇਆ, ਮੈਂ ਮਾਇਆ ਨਹੀਂ ਮੰਗਣ ਆਇਆ, ਦੁਨਿਆਵੀ ਦਾਤਾਂ ਸੁੱਖ ਨਹੀਂ ਮੰਗਣ ਆਇਆ, ਕੇਵਲ ਤੇ ਕੇਵਲ ਦਰਸ਼ਨਾਂ ਦੀ ਖੈਰ ਮੰਗਦਾ ਪਿਆ। ਫਿਰ ਮਨ ਕਰਕੇ ਅਰਦਾਸ ਕੀਤੀ। ਮਹਾਰਾਜ ਨੇ ਫਿਰ ਆਵਾਜ਼ਾਂ ਲਾਇਆ। ਮਾਤਾ ਨਾਨਕੀ ਜੀ ਨੂੰ ਕਹਿੰਦੇ ਨੇ, ਕਹਿੰਦੇ ਜਿਹੜਾ ਸੇਵਕ ਬਾਹਰ ਬੈਠਾ ਨਾ ਅੱਖਾਂ ਬੰਦ ਕਰਕੇ, ਇਹਨੂੰ ਅੰਦਰ ਭੇਜੋ ਦਰਸ਼ਨ ਕਰ ਲਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੱਖਣ ਸ਼ਾਹ ਲਵਾਣੇ ਨੂੰ ਚਾਹ ਚੜ ਗਿਆ ਜਦੋਂ ਕੰਨਾਂ ਵਿੱਚ ਬੋਲ ਪੈ ਗਏ ਮਹਾਰਾਜ ਦੇ। ਫਿਰ ਅੰਦਰ ਗਿਆ, ਇਹਨੇ 5 ਮੋਹਰਾਂ ਕੱਢੀਆਂ ਸੀ। ਫਿਰ ਵੀ ਬਈ ਜੇ ਪੂਰੇ ਗੁਰੂ ਹੋਣਗੇ ਨਾ ਆਪਣੀ ਭੇਟਾ ਮੰਗ ਕੇ ਲੈ ਲੈਣਗੇ, ਆਪਣੀ ਭੇਟਾ। ਮੱਖਣ ਸ਼ਾਹ ਲਵਾਣਾ ਅੰਦਰ ਗਿਆ, ਮਹਾਰਾਜ ਦੇ ਅੱਗੇ 5 ਮੋਹਰਾਂ ਰੱਖੀਆਂ, ਸਾਹਮਣੇ ਬਹਿ ਗਿਆ ਇਦਾਂ, ਸਾਹਮਣੇ ਜਿਵੇਂ ਆਪਾਂ ਬੈਠੇ ਆ। ਮਹਾਰਾਜ ਬੋਲੇ ਨਹੀਂ, ਇਸ਼ਾਰਾ
ਮਹਾਰਾਜ ਕਹਿੰਦੇ ਆ ਕੀ ਕੀਤਾ ਵੀ? ਇਸ਼ਾਰੇ ਨਾਲ ਪੁੱਛਿਆ ਵੀ ਆ ਕੀ ਕੀਤਾ? ਇਹ ਹੌਲੀ ਦੇਣੀ ਬੋਲਿਆ, ਕਹਿੰਦਾ ਮਹਾਰਾਜ ਮੈਂ ਮੱਥਾ ਟੇਕਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਮੱਥਾ ਟੇਕਿਆ। ਫੇਰ ਮਹਾਰਾਜ ਬਚਨ ਕੀਤਾ, ਫੇਰ ਬੋਲੇ, ਕਹਿੰਦੇ ਮੱਖਣ ਸ਼ਾਹ ਲਵਾਣਿਆ, ਜੇ ਮੱਥਾ ਟੇਕੀਦਾ ਨਾ ਅਧੂਰਾ ਨਹੀਂ ਟੇਕੀਦਾ। ਜੇ ਮੱਥਾ ਟੇਕੀਏ ਤੇ ਪੂਰਾ ਟੇਕੀਏ। ਮਹਾਰਾਜ ਕਹਿੰਦੇ ਅਧੂਰਾ ਕਿਉਂ ਟੇਕਿਆ? ਇਹ ਕਹਿੰਦਾ ਮਹਾਰਾਜ ਮਾੜਾ ਜਿਹਾ ਦੀਵਾ ਜਗਾ ਰਹੇ ਹੋ, ਚਾਨਣ ਘੱਟ ਆ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਲਾਈਟ ਤੇ ਲਾਈ ਆ, ਛੋਟੀ ਆ, ਵੱਡੀ ਸਰਚ ਲਾਈਟ ਲਾਓ ਮਹਾਰਾਜ ਪਤਾ ਲੱਗੇ। ਕਹਿੰਦਾ ਮਹਾਰਾਜ ਵੱਡਾ ਗਿਆਨ ਕਰਾਓ, ਕਹਿਣਾ ਕੀ ਚਾਹੁੰਦੇ ਹੋ? ਮੱਖਣ ਸ਼ਾਹ ਲਵਾਣਾ ਸਾਹਮਣੇ ਬਹਿ ਗਿਆ ਮਹਾਰਾਜ ਦੇ, 5 ਮੋਹਰਾਂ ਰੱਖੀਆਂ, ਮੱਥਾ ਟੇਕਿਆ। ਮਹਾਰਾਜ ਕਹਿੰਦੇ ਆ ਕੀ ਕੀਤਾ? ਕਹਿੰਦਾ ਮਹਾਰਾਜ ਮੱਥਾ ਟੇਕਿਆ। ਮਹਾਰਾਜ ਕਹਿੰਦੇ ਜੇ ਮੱਥਾ ਟੇਕੀਦਾ ਪੂਰਾ ਮੱਥਾ ਟੇਕੀਦਾ, ਅਧੂਰਾ ਨਹੀਂ ਟੇਕੀਦਾ। ਕਹਿੰਦਾ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ? ਪੂਰਾ ਚਾਨਣ ਕਰਾਓ ਮਹਾਰਾਜ, ਕਿਰਪਾ ਕਰੋ। ਮਹਾਰਾਜ ਕਹਿੰਦੇ ਫਿਰ 5 ਮੋਹਰਾਂ ਰੱਖੀਆਂ ਨੇ। ਸੱਚ ਕਹਿ ਦਿੱਤਾ ਮਹਾਰਾਜ ਨੇ, ਫਿਰ ਸੱਚਾ ਗਿਆਨ। 5 ਮੋਹਰਾਂ ਰੱਖੀਆਂ ਨੇ। ਮੱਖਣ ਸ਼ਾਹ ਲਵਾਣਿਆ ਝਾਤੀ ਮਾਰ ਮਨ ਆਪਣੇ, ਉਦੋਂ 500 ਸੁਖੀਆਂ ਨੇ। ਮਹਾਰਾਜ ਕਹਿੰਦੇ ਜਦੋਂ ਦੁੱਖ ਵੇਲੇ ਅਰਦਾਸ ਕਰਦਾ ਸੀ ਨਾ, ਉਦੋਂ ਕਹਿੰਦਾ ਸੀ ਮਹਾਰਾਜ 500 ਮੋਹਰਾਂ ਮੱਥਾ ਟੇਕਾਂਗਾ। ਅੱਜ 5 ਰਾਕੀ ਸਾਰ ਚੱਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਮੱਖਣ ਸ਼ਾਹ ਲਵਾਣੇ ਨੇ ਮੋਹਰਾਂ ਗਿਣੀਆਂ ਨਹੀਂ, ਭਰਿਆ ਭਰਾਇਆ ਸੋਨੇ ਦੀਆਂ ਮੋਹਰਾਂ ਦਾ ਪੱਲਾ। ਸਾਰੀਆਂ ਮੋਹਰਾਂ ਮਹਾਰਾਜ ਦੇ ਚਰਨਾਂ ਤੇ ਢੇਰੀ ਕਰ ਦਿੱਤੀਆਂ। ਗਿਆਨ ਹੋ ਗਿਆ, ਇਹ ਪੂਰੇ ਨੇ। ਮਹਾਰਾਜ ਕਹਿੰਦੇ ਮੱਖਣ ਸ਼ਾਹ ਲਵਾਣਿਆ ਯਾਦ ਕਰੀ, ਜਦੋਂ ਧੱਕ ਕੇ ਤੇਰਾ ਜਹਾਜ਼ ਕੰਢੇ ਲਾਇਆ ਸੀ ਨਾ, ਤੇਰਾ ਬੇੜਾ ਧੱਕ ਕੇ ਕੰਢੇ ਲਾਇਆ। ਮਹਾਰਾਜ ਕਹਿੰਦੇ ਸਾਡਾ ਮੋਢਾ ਜ਼ਖਮੀ ਹੋ ਗਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਤੇ ਜ਼ਖਮ ਵੀ ਪੂਰਾ ਠੀਕ ਨਹੀਂ ਹੋਇਆ ਭਾਈ, ਜ਼ਖਮ ਅਜੇ ਅੱਲਾ ਹੀ ਆ। ਮਹਾਰਾਜ ਕਹਿੰਦੇ ਮਹਾਰਾਜ ਨੇ ਮੋਢੇ ਤੋਂ ਬਸਤਰ ਲਾ ਕੇ ਵਿਖਾਇਆ, ਜ਼ਖਮ ਅੱਲਾ ਸੀ, ਅਜੇ ਕੱਚਾ ਸੀ, ਪੂਰੀ ਤਰ੍ਹਾਂ ਠੀਕ ਨਹੀਂ ਹੋਇਆ। ਫਿਰ ਮੱਖਣ ਸ਼ਾਹ ਲਵਾਣਾ ਭਾਵਨਾ ਬਣ ਗਈ, ਇਹ ਨੇ ਰਖਵਾਲੇ ਬਣੇ, ਇਹ ਪੂਰੇ ਨੇ ਜਿਨ੍ਹਾਂ ਦੇ ਪਾਵਨ ਸਥਾਨਾਂ ਤੇ ਬੈਠੇ ਆ ਆਪਾਂ। ਫਿਰ ਮੱਖਣ ਸ਼ਾਹ ਲਵਾਣਾ ਕਹਿੰਦੇ ਭੋਰਾ ਸਾਹਿਬ ਦੀ ਛੱਤ ਤੇ ਚੜ ਗਿਆ, ਉੱਚੀ ਉੱਚੀ ਆਵਾਜ਼ਾਂ ਲਾਉਣ ਲੱਗ ਪਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਮਹਾਰਾਜ ਕਹਿੰਦੇ ਤੈਨੂੰ ਦਰਸ਼ਨ ਹੋ ਗਏ, ਰੌਲਾ ਨਾ ਪਾ। ਇਹ ਕਹਿੰਦਾ ਮਹਾਰਾਜ 22 ਮੰਜੀਆਂ ਢਾ ਕੇ ਪਖੰਡੀ ਗੁਰੂ ਬਣੇ ਬੈਠੇ ਨੇ। ਮਹਾਰਾਜ ਪ੍ਰੇਮ ਵਾਲਾ ਚਾਹੁੰਦਾ ਜਿਵੇਂ ਮੈਨੂੰ ਦਰਸ਼ਨ ਹੋਏ ਨੇ, ਜਿਵੇਂ ਮੇਰੇ ਤੇ ਕਿਰਪਾ ਹੋਈ ਆ, ਬਾਕੀ ਸਾਰਿਆਂ ਨੂੰ ਪੂਰਿਆਂ ਦਾ ਮੇਲਾ ਹੋਵੇ। ਮਹਾਰਾਜ ਨੇ ਭੋਰਾ ਸਾਹਿਬ ਦਾ ਦਰਵਾਜ਼ਾ ਬੰਦ ਕਰਾ ਲਿਆ। ਬੜੀ ਸੰਗਤ ਆ ਗਈ। ਜਦੋਂ ਉੱਚੀ ਉੱਚੀ ਆਵਾਜ਼ਾਂ ਮਾਰੀਆਂ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਪ੍ਰੇਮ ਵਾਲੇ ਕਹਿੰਦੇ ਮੱਖਣ ਸ਼ਾਹ ਲਵਾਣਿਆ ਰੌਲਾ ਤੇ ਪਾਈ ਜਾਂਦਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਕਿੱਥੇ ਨੇ ਮਹਾਰਾਜ? ਭੋਰਾ ਸਾਹਿਬ ਦਾ ਦਰਵਾਜ਼ਾ ਤੇ ਬੰਦ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੱਖਣ ਸ਼ਾਹ ਲਵਾਣਾ ਕਹਿੰਦਾ ਜੇ ਆਏ ਹੋ ਚੁੱਪ ਕਰਕੇ ਨਾ ਬੈਠੋ, ਹੁਣ ਅਰਦਾਸ ਕਰੋ। ਸੰਗਤ ਦਾ ਕਿਹਾ ਮਹਾਰਾਜ ਕਦੇ ਨਹੀਂ ਮੋੜਦੇ, ਵਿੱਚ ਸੰਗਤ ਹਰ ਪ੍ਰਭ ਵਸਾ ਜੀ। ਸੰਗਤਾਂ ਵਿੱਚ ਮੇਰੇ ਗੁਰੂ ਨਾਨਕ ਜੀ ਦਾ ਵਾਸਾ। ਫਿਰ ਸਭ ਨੇ ਗਲ ਵਿੱਚ ਪੱਲਾ ਪਾਇਆ, ਦਿਓ ਦਰਸ਼ਨ ਗੁਰ ਮੇਰੇ। ਸੰਗਤਾਂ ਆਈਆਂ ਦਰਸ਼ਨ ਨੂੰ। ਆਪਾਂ ਜੇ ਆਇਆ ਫਿਰ ਪੜੀਏ, ਦਿਓ ਦਰਸ਼ਨ ਗੁਰ ਮੇਰੇ, ਸੰਗਤਾਂ ਆਈਆਂ ਦਰਸ਼ਨ ਨੂੰ। ਦਿਓ ਦਰਸ਼ਨ ਗੁਰ ਮੇਰੇ, ਸੰਗਤਾਂ ਆਈਆਂ ਦਰਸ਼ਨ ਨੂੰ। ਦਿਓ ਦਰਸ਼ਨ ਗੁਰ ਮੇਰੇ,
ਦਿਓ ਦਰਸ਼ਨ ਗੁਰ ਮੇਰੇ, ਦਿਓ ਦਰਸ਼ਨ ਗੁਰ ਮੇਰੇ, ਦਿਓ ਦਰਸ਼ਨ ਗੁਰ ਮੇਰੇ, ਸੰਗਤਾਂ ਆਈਆਂ ਦਰਸ਼ਨ ਨੂੰ, ਦਿਓ ਦਰਸ਼ਨ ਗੁਰ ਮੇਰੇ, ਸੰਗਤਾਂ ਆਈਆਂ ਦਰਸ਼ਨ ਨੂੰ, ਸੰਗਤਾਂ ਆਈਆਂ ਦਰਸ਼ਨ ਨੂੰ, ਹਾਂ ਸੰਗਤਾਂ ਆਈਆਂ ਦਰਸ਼ਨ ਨੂੰ, ਦਿਓ ਬੋਲੋ ਦਿਓ ਦਰਸ਼ਨ ਗੁਰ ਮੇਰੇ। ਫੇਰ ਭੋਰਾ ਸਾਹਿਬ ਦਾ ਦਰਵਾਜ਼ਾ ਖੁੱਲਿਆ, ਸਭ ਨੇ ਰੱਜ ਰੱਜ ਕੇ ਦਰਸ਼ਨ ਕੀਤੇ। ਮੱਖਣ ਸ਼ਾਹ ਲਵਾਣੇ ਦੀ ਭਾਵਨਾ ਕਰਕੇ ਪ੍ਰਗਟ ਹੋਣਾ ਪਿਆ। ਇਤਿਹਾਸ ਕਹਿੰਦਾ 26 ਸਾਲ 9 ਮਹੀਨੇ 13 ਦਿਨ ਭੋਰਾ ਸਾਹਿਬ ਬੈਠੇ ਨੇ। ਜਿਹੜੇ ਸਾਡੇ ਗਿਆਨੀ ਕਹਿੰਦੇ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਜਾਂਦੇ ਰਹੇ ਨੇ, ਪਹਿਲਾਂ ਨਹੀਂ ਗਏ। ਇਹ ਗੁੱਜੀ ਰਮਜਾ ਸ਼ਰਧਾ ਵਾਲਿਆਂ ਨੂੰ ਸਾਰਾ ਪ੍ਰੇਮ ਮਿਲ ਜਾਂਦਾ ਹੁੰਦਾ ਭਾਈ, ਕਿਉਂਕਿ ਗੱਲਾਂ ਵਾਲੇ ਨੇ। ਮਹਾਰਾਜ ਕਹਿੰਦੇ ਗੱਲਾਂ ਵਾਲੇ ਤੇ ਖਾਲੀ ਨੇ, ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਮੱਖਣ ਸ਼ਾਹ ਲਵਾਣੇ ਦੀ ਭਾਵਨਾ ਕਰਕੇ ਪ੍ਰਗਟ ਹੋ ਗਏ, ਫਿਰ ਤੇ ਕਾਂਸ਼ੀ ਸ਼ਹਿਰ ਤੱਕ ਗਏ ਨੇ ਮਹਾਰਾਜ। ਸਿੱਖੀ ਦਾ ਪ੍ਰਚਾਰ ਕਰਨ ਆਲੇ ਦੁਆਲੇ ਨਗਰਾਂ ਵਿੱਚ ਪਿੰਡਾਂ ਵਿੱਚ ਗਏ ਨੇ। ਜਦੋਂ ਪ੍ਰਗਟ ਹੋਣਾ ਪੈ ਗਿਆ, ਪਹਿਲਾਂ ਨਹੀਂ ਗਏ ਮਹਾਰਾਜ। ਫਿਰ ਉਹ ਵੀ ਵੇਲਾ ਯਾਦ ਕਰਿਓ ਜਦੋਂ ਮਾਤਾ ਗੁਜਰੀ ਜੀ ਨੂੰ ਲੈ ਕੇ ਪਟਨਾ ਸਾਹਿਬ ਦੀ ਧਰਤੀ ਤੇ ਗਏ ਮਹਾਰਾਜ। ਫਿਰ ਗੋਬਿੰਦ ਰਾਏ ਜੀ ਦਾ ਅਵਤਾਰ ਹੋਇਆ। ਆ ਜਿਹੜੇ ਦਿਨ ਚੱਲਦੇ ਨੇ ਇਹ ਭਾਗਾਂ ਵਾਲੇ ਦਿਨ ਨੇ। ਚਾਨਣ ਹੋ ਜਾਂਦਾ ਜਦੋਂ ਪੂਰੇ ਸਤਿਗੁਰੂ ਆਉਂਦੇ ਨੇ ਭਾਈ। ਜੈ ਜੈਕਾਰਾਂ ਦਰਗਾਹ ਤੱਕ ਨੇ। ਪਹਿਲੇ ਜਾਮੇ ਵਿੱਚ ਇਹ ਵੀ ਬੇਨਤੀ ਕਰਦੇ ਆ, ਪਟਨਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਨਾਨਕ ਜੀ ਗਏ। ਸਾਲਸਰਾਏ ਜੌਹਰੀ ਨਾਲ ਮੇਲਾ ਹੋ ਗਿਆ। ਉਹ ਕਹਿੰਦਾ ਮਹਾਰਾਜ ਮੇਰੇ ਮਹਿਲਾਂ ਵਿੱਚ ਚਰਨ ਪਾ ਦਿਓ। ਮਹਾਰਾਜ ਕਹਿੰਦੇ ਚੱਲ ਭਾਈ। 7 ਦਿਨ ਰਹੇ ਮਹਾਰਾਜ, ਭੱਜ ਭੱਜ ਕੇ ਸੇਵਾ ਕਰਿਆ ਕਰੇ ਸਾਲਸਰਾਏ ਜੌਹਰੀ। 7 ਦਿਨਾਂ ਬਾਅਦ ਮਹਾਰਾਜ ਕਹਿੰਦੇ ਨੇ ਹੁਣ ਜਾਣਾ, ਆਗਿਆ ਦੇ। ਇਹ ਕਹਿੰਦਾ ਮਹਾਰਾਜ ਮੈਂ ਦਰਸ਼ਨ ਕਰਕੇ ਸੇਵਾ ਕਰਕੇ ਰੱਜਿਆ ਨਹੀਂ, ਆਖੋ ਸਤਨਾਮ। ਮਹਾਰਾਜ ਕਹਿੰਦੇ ਜਾਣਾ। ਇਹ ਕਹਿੰਦਾ ਮਹਾਰਾਜ ਪਹਿਲਾਂ ਇਹ ਗਿਆਨ ਕਰਾਓ ਮੁੜ ਕੇ ਕਦੋਂ ਆਓਗੇ। ਧੰਨ ਗੁਰੂ ਨਾਨਕ ਜੀ ਕਹਿੰਦੇ ਜੌਹਰੀਆ ਭਾਈ ਮੁੜ ਕੇ ਨਹੀਂ ਆਇਆ ਜਾਣਾ। ਕਹਿੰਦਾ ਮਹਾਰਾਜ ਜੇ ਮੁੜ ਕੇ ਨਹੀਂ ਆਉਣਾ ਫਿਰ ਮੈਂ ਜਾਣ ਹੀ ਨਹੀਂ ਦੇਣਾ ਮਹਾਰਾਜ। ਇਹ ਜਿੱਦ ਕਰਕੇ ਬਹਿ ਗਿਆ। ਫਿਰ 7 ਦਿਨ ਮਹਾਰਾਜ ਹੋਰ ਠਹਿਰੇ ਮਹਿਲਾਂ ਵਿੱਚ। ਆਸਾ ਜੀ ਦੀ ਵਾਰ ਦੀ ਬਾਣੀ ਆਪਾਂ ਪੜ੍ਹਦੇ ਆ ਨਾ। ਸ਼ਲੋਕ ਮਹੱਲਾ ਪਹਿਲਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ। ਕੂੜ ਕੂੜੈ ਨੇਹੋਂ ਲੱਗਾ ਵਿਸਰਿਆ ਕਰਤਾਰ। ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ। ਇਹ ਜਿਹੜੇ ਬੈਰਾਗ ਦੇ ਬਚਨ ਨੇ ਆਸਾ ਜੀ ਦੀ ਵਾਰ ਦੀ ਬਾਣੀ ਧੰਨ ਗੁਰੂ ਨਾਨਕ ਜੀ ਨੇ ਸਾਲਸਰਾਏ ਜੌਹਰੀ ਦੇ ਮਹਿਲਾਂ ਵਿੱਚ ਬਹਿ ਕੇ ਉਚਾਰੀ ਹੈ। ਜੌਹਰੀ ਕਹਿੰਦਾ ਮਹਾਰਾਜ ਜੇ ਮੁੜ ਕੇ ਨਹੀਂ ਆਉਣਾ ਮੈਂ ਜਾਣ ਨਹੀਂ ਦੇਣਾ। ਪਹਿਲਾਂ ਵਾਅਦਾ ਕਰੋ ਫਿਰ ਕਦੋਂ ਆਓਗੇ। ਫਿਰ ਪ੍ਰੇਮ ਦੇ ਬੱਧੇ ਮਹਾਰਾਜ ਕਹਿੰਦੇ ਜੌਹਰੀਆ ਇਹ ਗੁੱਜਾ ਭੇਦ ਆ, ਗੁੱਜੀਆਂ ਰਮਜਾਂ ਨੇ ਹਰ ਇੱਕ ਨਾਲ ਸਾਂਝੀਆਂ ਨਹੀਂ ਹੁੰਦੀਆਂ। ਜੇ ਤੂੰ ਜਿੱਦ ਕਰਕੇ ਪੁੱਛਦਾ ਨਾ ਮਹਾਰਾਜ ਕਹਿੰਦੇ ਲੈ ਹੁਣ ਜਾਣ ਦੀ ਆਗਿਆ ਦੇ ਦੇ। 10ਵੇਂ ਜਾਮੇ ਆਵਾਂਗੇ ਅਵਤਾਰ ਤੇਰੀ ਹਵੇਲੀ ਚ ਧਾਰਾਂਗੇ। ਆਖੋ ਸਤਨਾਮ। ਲੈ ਤੇਰੀ ਕੁੱਲ ਵਾਲੇ ਹੋਣਗੇ, ਤੇਰੇ ਪੁੱਤ ਪੋਤਰੇ ਹੋਣਗੇ, ਰੱਜ ਰੱਜ ਕੇ ਸੇਵਾ ਕਰ ਲੈਣਗੇ। ਪਹਿਲੇ ਜਾਮੇ ਦਾ ਬਚਨ ਪੂਰਾ ਕਰਨ ਲਈ ਧੰਨ ਗੁਰੂ ਨਾਨਕ ਜੀ ਦੀ 9ਵੀਂ ਜੋਤ ਨੂੰ ਪਟਨਾ ਸਾਹਿਬ ਫਿਰ ਜਾਣਾ ਪਿਆ। ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਮਹਾਰਾਜ ਗਏ। ਗੋਬਿੰਦ ਰਾਏ ਜੀ ਦਾ ਅਵਤਾਰ ਹੋਇਆ। ਪ੍ਰੇਮ ਵਾਲੇ ਦਰਸ਼ਨ ਕਰਕੇ ਨਿਹਾਲ ਹੋ ਗਏ।
ਭੀਖਣ ਸ਼ਾਹ ਫਕੀਰ ਵਰਗਿਆਂ ਨੂੰ ਆਵਾਜ਼ਾਂ ਪੈ ਗਈਆਂ, ਕਹਿੰਦੇ ਮੇਰਾ ਅੱਲਾ ਆ ਗਿਆ ਪਟਨਾ ਸਾਹਿਬ ਦੀ ਧਰਤੀ ਤੇ। ਜਿਹੜੇ ਮੁਸਲਮਾਨ ਭਰਾ ਨੇ ਨਾ, ਲਹਿੰਦੇ ਵੱਲ ਮੁਖ ਕਰਕੇ ਸਿਜਦਾ ਕਰਦੇ ਨੇ, ਪਰ ਅੱਜ ਭੀਖਣ ਸ਼ਾਹ ਫਕੀਰ ਨੇ ਲਹਿੰਦੇ ਵੱਲ ਮੁਖ ਨਹੀਂ ਕੀਤਾ, ਇਹਨੇ ਚੜ੍ਹਦੇ ਵੱਲ ਮੁਖ ਕਰਕੇ ਮੱਥਾ ਟੇਕਿਆ, ਸਿਜਦਾ ਕੀਤਾ। ਇਹਦੇ ਜਿਹੜੇ ਮਰੀਦ, ਇਹਦੇ ਚੇਲੇ ਆਲੇ ਦੁਆਲੇ ਹੋ ਗਏ, ਕਹਿੰਦੇ ਪੀਰ ਜੀ ਚੇਲਾ ਗਲਤੀ ਕਰੇ ਗੁਰੂ ਸਮਝਾ ਦਿੰਦਾ ਹੁੰਦਾ, ਪਰ ਜੇ ਗੁਰੂ ਗਲਤੀ ਕਰੇ ਫੇਰ ਕੀ ਹੋਣਾ ਚਾਹੀਦਾ? ਭੀਖਣ ਸ਼ਾਹ ਫਕੀਰ ਕਹਿੰਦਾ ਮੈਂ ਗਲਤੀ ਨਹੀਂ ਕੀਤੀ, ਮੈਂ ਜਦੋਂ ਅੱਖਾਂ ਬੰਦ ਕਰਕੇ ਧਿਆਨ ਧਰ ਕੇ ਬਹਿਨਾ, ਜਿਹੜੇ ਅੱਲਾ ਦੇ ਖੁਦਾ ਦੇ ਮੈਨੂੰ ਦੀਦਾਰ ਹੁੰਦੇ ਨੇ ਨਾ, ਅੱਜ ਪਟਨਾ ਸਾਹਿਬ ਦੀ ਧਰਤੀ ਤੇ ਆ ਗਏ, ਆਖੋ ਸਤਨਾਮ। ਫਿਰ ਪੜ੍ਹਦੇ ਆ ਨਾ ਪ੍ਰੇਮ ਨਾਲ, ਪਟਨੇ 'ਚ ਚੰਨ ਚੜਿਆ। ਜਦੋਂ ਨਿੱਕੇ ਨਿੱਕੇ ਆਪਾਂ ਹੁੰਦੇ ਸਾਂ ਨਾ, ਸਾਡੇ ਉਸਤਾਦ ਜੀ ਪੜ੍ਹਦੇ ਹੁੰਦੇ ਸੀਗੇ ਏਦਾਂ, ਪਟਨੇ 'ਚ ਚੰਨ ਚੜਿਆ, ਮਾਂ ਗੁਜਰੀ ਨੂੰ ਮਿਲਣ ਵਧਾਈਆਂ। ਪਟਨੇ 'ਚ ਚੰਨ ਚੜਿਆ, ਮਾਂ ਗੁਜਰੀ ਨੂੰ ਮਿਲਣ ਵਧਾਈਆਂ। ਪਟਨੇ 'ਚ ਚੰਨ ਚੜਿਆ, ਮਾਂ ਗੁਜਰੀ ਨੂੰ ਮਿਲਣ ਵਧਾਈਆਂ। ਪਟਨੇ 'ਚ ਚੰਨ ਚੜਿਆ, ਗੁਜਰੀ ਨੂੰ ਮਿਲਣ ਵਧਾਈਆਂ। ਪਟਨੇ 'ਚ ਚੰਨ ਚੜਿਆ। ਕਰੋ ਕਿਰਪਾ, ਮਾਂ ਗੁਜਰੀ ਨੂੰ ਮਿਲਣ ਵਧਾਈਆਂ। 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 ਗੁਜਰੀ ਨੂੰ ਮਿਲਣ ਵਧਾਈਆਂ। ਗੱਜ ਕੇ ਮਾਂ ਗੁਜਰੀ ਨੂੰ ਮਿਲਣ ਵਧਾਈਆਂ। ਪਟਨੇ 'ਚ ਚੰਨ ਚੜਿਆ। ਪਟਨੇ 'ਚ ਚੰਨ ਚੜਿਆ, ਮਾਂ ਗੁਜਰੀ ਨੂੰ ਮਿਲਣ ਵਧਾਈਆਂ। ਪਟਨੇ 'ਚ ਚੰਨ ਚੜਿਆ, ਮਾਂ ਗੁਜਰੀ ਨੂੰ ਮਿਲਣ ਵਧਾਈਆਂ। ਪਟਨੇ 'ਚ ਚੰਨ ਚੜਿਆ, ਮਾਂ ਗੁਜਰੀ ਨੂੰ ਮਿਲਣ ਵਧਾਈਆਂ। ਪਟਨੇ 'ਚ ਚੰਨ ਚੜਿਆ, ਮਾਂ ਗੁਜਰੀ ਨੂੰ ਮਿਲਣ ਵਧਾਈਆਂ। ਗੱਜ ਕੇ ਚੰਨ ਚੜਿਆ। ਪਟਨੇ 'ਚ ਚੰਨ ਚੜ ਮਿਲ ਕੇ, ਮਾਂ ਗੁਜਰੀ ਨੂੰ ਵਧਾਈਆਂ ਮਿਲੀਆਂ। ਭੀਖਣ ਸ਼ਾਹ ਫਕੀਰ ਕਹਿੰਦੇ ਪੌਣ ਹਵਾ ਸੁਨੇਹਾ ਦੇ ਜਾਂਦੀ ਆ, ਮਾਲਕ ਦੇ ਆਉਣ ਦਾ ਪਤਾ ਲੱਗ ਜਾਂਦਾ। ਭੀਖਣ ਸ਼ਾਹ ਫਕੀਰ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਤੁਰਿਆ। 750 ਮੀਲ ਦਾ ਪਿੰਡ, ਕਢਾਮ ਦੇ ਰਹਿਣ ਵਾਲਾ ਸੀ। ਠਸਕੇ ਤੋਂ ਤੁਰਿਆ, ਰਾਹ ਵਿੱਚ ਰਾਤ ਨਹੀਂ ਗੁਜ਼ਾਰੀ, ਰੁਕਿਆ ਨਹੀਂ ਕਿਤੇ। ਪਿੰਡਾ ਮਕਾ ਕੇ ਪਹੁੰਚ ਗਿਆ। ਕਹਿੰਦਾ ਜੀ ਦਰਸ਼ਨ ਕਰਨੇ ਨੇ। ਮਾਮਾ ਕਿਰਪਾਲ ਚੰਦ ਜੀ ਡਰ ਗਿਆ ਮਨ ਮਾਤਾ ਗੁਜਰੀ ਜੀ ਦਾ, ਕਹਿੰਦੇ ਦਰਸ਼ਨ ਨਹੀਂ ਹੋਣੇ। ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸਾਮ ਦੇ ਰਾਜੇ ਨੂੰ ਤਾਰਨ ਗਏ ਨੇ, ਉਹ ਆਉਣਗੇ, ਉਹਨਾਂ ਦੇ ਆਉਣ ਤੋਂ ਪਹਿਲਾਂ ਕਿਸੇ ਨੂੰ ਆਗਿਆ ਨਹੀਂ ਦਰਸ਼ਨਾਂ ਦੀ। ਭੀਖਣ ਸ਼ਾਹ ਫਕੀਰ ਫਿਰ ਧਰਨਾ ਮਾਰ ਕੇ ਬਹਿ ਗਿਆ ਸੀ। ਇਹ ਵੀ ਕਹਿੰਦਾ ਮੈਂ ਦਰਸ਼ਨ ਕੀਤੇ ਬਿਨਾਂ ਜਾਣਾ ਨਹੀਂ। ਫਿਰ ਦਰਸ਼ਨ ਹੋਏ, ਨਿਹਾਲ ਹੋ ਗਿਆ ਮਨ। ਇੱਥੇ ਆਪਣਾ ਮਨ ਜੋੜਿਓ। ਇੱਕ ਰਾਣੀ ਮੈਣੀ ਦਾ ਜ਼ਿਕਰ ਵੀ ਆਉਂਦਾ। ਰਾਣੀ ਮੈਣੀ ਦੇ ਔਲਾਦ ਨਹੀਂ, ਕਈ ਸਾਲ ਹੋ ਗਏ ਸ਼ਾਦੀ ਹੋਈ ਨੂੰ। ਰਾਣੀ ਮੈਣੀ ਪੰਡਤ ਸ਼ਿਵਦੱਤ ਨੇ ਗਿਆਨ ਕਰਾਇਆ। ਕਹਿੰਦੇ ਜੇ ਗੋਬਿੰਦ ਰਾਏ ਜੀ ਮਹਿਲਾਂ ਵਿੱਚ ਆ ਜਾਣ, ਚਰਨ ਪਾ ਜਾਣ, ਦਰਗਾਹ ਤੱਕ ਜੈ ਜੈਕਾਰਾਂ ਹੋ ਜਾਣਗੀਆਂ। ਰਾਣੀ ਮੈਣੀ ਸਮਾਧੀ ਲਾ ਕੇ ਬੈਠਿਆ ਕਰੇ, ਅਰਦਾਸ ਕਰਿਆ ਕਰੇ, ਮਹਾਰਾਜ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਆ ਗੋਬਿੰਦ ਰਾਏ ਜੀ, ਕਰਿਓ ਕਿਰਪਾ ਮਹਾਰਾਜ। ਫਿਰ ਸੁਣਿਓ, ਮਹਾਰਾਜ ਹਾਣੀਆਂ ਨਾਲ ਖੇਡਦੇ ਖੇਡਦੇ ਆਏ, ਰਾਣੀ ਮੈਣੀ ਦੀ ਗੋਦ ਵਿੱਚ ਬਹਿ ਗਏ। ਮਹਾਰਾਜ ਕਹਿੰਦੇ ਮਾਂ ਮੈਂ ਆ ਗਿਆ, ਅੱਖਾਂ ਖੋਲ। ਰਾਣੀ ਮੈਣੀ ਨੇ ਅੱਖਾਂ ਖੋਲੀਆਂ। ਮਹਾਰਾਜ ਮੈਂ ਕੁਝ ਮੰਗਣਾ ਚਾਹੁੰਦੀ ਆ, ਜੇ ਮੇਰੀ ਗੋਦੀ ਵਿੱਚ ਲਾਲ ਹੋਵੇ ਮਹਾਰਾਜ, ਉਹ ਤੇਰੇ ਵਰਗਾ ਹੋਵੇ। ਮਹਾਰਾਜ ਨੇ ਲਾਰਾ ਨਹੀਂ ਲਾਇਆ। ਮਹਾਰਾਜ ਦਾ ਜੀਵਨ ਪੜਿਓ, ਕਲਗੀਧਰ ਪਿਤਾ ਦਾ। ਇੱਕ ਵੀ ਲਾਰਾ ਨਹੀਂ, ਇੱਕ ਵੀ ਧੋਖਾ ਨਹੀਂ, ਇੱਕ ਵੀ ਪਾਪ ਨਹੀਂ। ਇੰਨਾ ਪਾਰਦਰਸ਼ੀ ਜੀਵਨ ਮਹਾਰਾਜ ਦਾ। ਮਹਾਰਾਜ ਕਹਿੰਦੇ ਮਾਂ ਜੇ ਮੇਰੇ ਵਰਗਾ ਲਾਲ ਚਾਹੁੰਦੀ ਆ ਨਾ,
ਮੇਰੇ ਵਰਗਾ ਦੂਜਾ ਹੈ ਨਹੀਂ ਕੋਈ, ਮੇਰੇ ਵਰਗਾ ਤੇ ਮੈਂ ਹੀ ਆ। ਮਾਂ ਗੁਜਰੀ ਤੇਰੇ ਚੰਨ ਵਰਗਾ, ਚੰਨ ਹੋਰ ਕੋਈ ਨਹੀਂ ਹੋ ਸਕਦਾ। ਰਾਣੀ ਮੈਣੀ ਨੂੰ ਧਰਮ ਦੀ ਮਾਂ ਬਣਾ ਲਿਆ। ਕਹਿੰਦੇ ਅੱਜ ਤੋਂ ਮੇਰੀਆਂ ਇੱਕ ਨਹੀਂ, ਮੇਰੀਆਂ ਦੋ ਮਾਵਾਂ ਨੇ। ਮਹਾਰਾਜ ਕਹਿੰਦੇ ਇੱਕ ਰਾਣੀ ਮੈਣੀ ਤੇ ਇੱਕ ਮਾਤਾ ਗੁਜਰੀ। ਕਹਿੰਦੇ ਘੁੰਗਣੀਆਂ ਦਾ ਪ੍ਰਸ਼ਾਦ ਤਿਆਰ ਕਰ ਲਿਆ ਕਰਿਓ, ਆਇਆ ਕਰਾਂਗੇ, ਛਕਿਆ ਕਰਾਂਗੇ, ਭੋਗ ਲਾਇਆ ਕਰਾਂਗੇ, ਹਾਣੀਆਂ ਵਿੱਚ ਵਰਤਾਇਆ ਕਰਾਂਗੇ। ਫਿਰ ਜਿੰਨਾ ਚਿਰ ਸਰੀਰ ਕਰਕੇ ਰਹੇ, ਮਾਰਾ ਨਿੱਤ ਜਾਂਦੇ ਰਹੇ ਰਾਣੀ ਮੈਣੀ ਦੇ ਮਹਿਲਾਂ ਵਿੱਚ। ਰਾਣੀ ਨੂੰ ਚਾਹ ਚੜ ਜਿਆ ਕਰੇ, ਮੇਰੇ ਲਾਲ ਜੀ ਆ ਗਏ, ਮੇਰੇ ਲਾਲ ਜੀ ਆ ਗਏ। ਅੱਜ ਉਹ ਵੀ ਵੇਲਾ ਆਇਆ ਜਦੋਂ ਪਟਨਾ ਸਾਹਿਬ ਨੂੰ ਛੱਡ ਕੇ ਤੁਰਦੇ ਨੇ ਮਹਾਰਾਜ। ਰਾਣੀ ਮੈਣੀ ਸਾਹਮਣੇ ਆ ਗਈ, ਕਹਿੰਦੀ ਮਹਾਰਾਜ ਜੇ ਛੱਡ ਕੇ ਜਾਣਾ ਸੀ ਮਾਂ ਕਾਹਨੂੰ ਬਣਾਉਣਾ ਸੀ? ਫਿਰ ਅੱਜ ਇਦਾਂ ਲੱਗਦਾ ਮੇਰੇ ਸੁੱਖਾਂ ਦੀ ਪੰਡ ਖੋ ਕੇ ਲੈ ਚੱਲਿਆ ਹੋਵੇ ਕੋਈ। ਮਹਾਰਾਜ ਇਦਾਂ ਲੱਗਦਾ। ਕਾਹਦਾ ਮਾਂ ਤੂੰ ਕਹਿ ਚੱਲਿਓ, ਕਾਹਦਾ ਮਾਂ ਤੂੰ ਕਹਿ ਚੱਲਿਓ। ਐ ਗੋਬਿੰਦ ਰਾਏ ਜੀ, ਜਿੰਦ ਵਿੱਚ ਜਿੰਦ ਨਾ ਰਹੀ, ਜਿੰਦ ਨਾਲੇ ਲੈ ਚੱਲਿਓ। ਮਹਾਰਾਜ ਇਦਾਂ ਲੱਗਦਾ ਮੇਰੇ ਸੁੱਖਾਂ ਦੀ ਪੰਡ ਖੋ ਕੇ ਲੈ ਗਿਆ ਕੋਈ। ਇਦਾਂ ਲੱਗਦਾ ਮੇਰੀ ਜਿੰਦ ਕੱਢ ਕੇ ਲੈ ਚੱਲਿਓ ਮਹਾਰਾਜ। ਮਹਾਰਾਜ ਕੀ ਕਹਿੰਦੇ? ਕਹਿੰਦੇ ਮਾਂ ਮੈਂ ਲੋਕਾਂ ਭਾਣੇ ਚੱਲਿਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੈਂ ਲੋਕਾਂ ਭਾਣੇ ਛੱਡ ਚੱਲਿਆ ਪਟਨਾ ਸਾਹਿਬ ਨੂੰ। ਮਾਂ ਮੈਂ ਕੀਤਾ ਬਚਨ ਨਿਭਾਵਾਂਗਾ, ਮੈਂ ਕੀਤਾ ਬਚਨ ਨਿਭਾਵਾਂਗਾ। ਜਦੋਂ ਮਾਂ ਤੂੰ ਯਾਦ ਕਰੇ ਤੇਰੇ ਸਾਹਮਣੇ ਮੈਂ ਆਵਾਂਗਾ, ਤੇਰੇ ਸਾਹਮਣੇ ਹੋਇਆ ਕਰਾਂਗੇ। ਮਹਾਰਾਜ ਕਹਿੰਦੇ ਮਾਂ ਘੁੰਗਣੀਆਂ ਦਾ ਪ੍ਰਸ਼ਾਦ ਤਿਆਰ ਕਰ ਲਿਆ ਕਰਿਓ, ਅਰਦਾਸ ਕਰਿਆ ਕਰਿਓ। ਮਹਾਰਾਜ ਕਹਿੰਦੇ ਹਾਜ਼ਰ ਨਾਜ਼ਰ ਹੋ ਕੇ ਭੋਗ ਲਾਇਆ ਕਰਾਂਗੇ। ਅੱਜ ਵੀ ਜਾਇਓ ਪਟਨਾ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਬਣਿਆ। ਇਹ ਜਿੱਥੋਂ ਦਾ ਇਤਿਹਾਸ ਮੈਂ ਸਾਂਝਾ ਕਰਦਾ ਪਿਆ। ਅੱਜ ਵੀ ਉੱਥੇ ਘੁੰਗਣੀਆਂ ਦਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ, ਅਰਦਾਸ ਕਰਕੇ ਨਿੱਕੇ ਨਿੱਕੇ ਬੱਚਿਆਂ ਵਿੱਚ ਵਰਤਾਇਆ ਜਾਂਦਾ, ਫਿਰ ਸੰਗਤ ਵਿੱਚ ਵਰਤਾਇਆ ਜਾਂਦਾ। ਹੁਣ ਥੋੜਾ ਜਿਹਾ ਮਨ, ਕਿਉਂਕਿ ਜਿਹੜਾ ਸਮਾਂ ਅੱਜ ਮੀਂਹ ਕਰਕੇ, ਭਾਵੇਂ ਮੈਨੂੰ ਪ੍ਰਧਾਨ ਜੀ ਉਹਨਾਂ ਨੇ ਹੁਕਮ ਲਾਇਆ ਸੀ, ਕਹਿੰਦੇ ਬਾਬਾ ਜੀ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣਾਇਓ। ਪਰ ਮੇਰੇ ਮਨ ਵਿੱਚ ਇਹ ਖਿਆਲ ਆ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਦਿਹਾੜੇ ਦੇ ਦਿਨ ਚੱਲਦੇ ਨੇ, ਆ ਕਿਰਪਾ ਦੇ ਦਿਨ। ਥੋੜਾ ਜਿਹਾ ਮੀਂਹ ਨੇ ਉਹ ਸਾਰਾ ਪੰਡਾਲ ਫਿਰ ਭਿੱਜ ਗਿਆ, ਸਾਰਾ ਬਾਹਰ ਹੀ। ਇੱਥੇ ਤਕਰੀਬਨ 20-25 ਮਿੰਟਾਂ ਬਾਅਦ ਇਕਾਗਰਤਾ ਬਣੀ। ਫਿਰ ਸਾਊਂਡ ਥੋੜਾ ਸੈੱਟ ਹੋ ਕੇ ਚੱਲਣ ਲੱਗਿਆ। ਹੁਣ ਆਪ ਜੀ ਮਨ ਜੋੜ ਕੇ ਬੈਠੇ ਹੋ, ਥੋੜਾ ਜਿਹਾ ਸਮਾਂ ਹੁਣ ਮਨ ਜੋੜਿਓ। ਪਟਨਾ ਸਾਹਿਬ ਨੂੰ ਛੱਡ ਕੇ ਮਹਾਰਾਜ ਆਨੰਦਾਂ ਦੀ ਪੁਰੀ ਵਿੱਚ ਆ ਗਏ। ਫਿਰ ਸੁਣਿਓ ਕਸ਼ਮੀਰੀ ਪੰਡਤ ਵੀ ਆਏ। ਮਹਾਰਾਜ ਸਾਡਾ ਹਿੰਦ ਧਰਮ ਖਤਰੇ ਵਿੱਚ ਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਘੱਲਿਆ ਦਿੱਲੀ ਸ਼ਹੀਦੀ ਪਾਉਣ ਲਈ। ਜਦੋਂ ਮਹਾਰਾਜ ਕਹਿੰਦੇ ਗੋਬਿੰਦ ਰਾਏ ਜੀ ਕਸ਼ਮੀਰੀ ਪੰਡਤ ਆਏ ਨੇ, ਮਹਾਰਾਜ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਹਿੰਦੂ ਧਰਮ ਖਤਰੇ ਵਿੱਚ ਆ। ਉਹ ਰੰਗਜੇਬ ਜ਼ੁਲਮ ਕਰਦਾ ਪਿਆ। ਉਹ ਕਹਿੰਦਾ ਮੈਂ ਹਿੰਦੂ ਰਹਿਣ ਨਹੀਂ ਦੇਣਾ, ਸਾਰੇ ਮੁਸਲਮਾਨ ਹੋਣ। ਮਹਾਰਾਜ ਕਿਵੇਂ ਬਚੇਗਾ ਧਰਮ? ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕੋਈ ਬਲੀ ਧਰਮਾਤਮਾ ਹੋਵੇ, ਬਲੀ ਤਪੀਆ ਬੰਦਗੀ ਵਾਲਾ। ਇਹ ਵੀ ਇਤਿਹਾਸ ਤੇ ਮੋਹਰ ਲੱਗਦੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਦੀ ਉਮਰ ਆ, ਸੱਚ ਕਹਿ ਦਿੱਤਾ। ਕਹਿੰਦੇ ਮਹਾਰਾਜ ਤੁਹਾਡੇ ਤੋਂ ਵੱਡਾ ਧਰਮਾਤਮਾ ਕਿਹੜਾ ਹੋਏਗਾ? ਆਖੋ ਸਤਨਾਮ। ਇਤਿਹਾਸ ਤੇ ਮੋਹਰ ਆ। ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ 26 ਸਾਲ 9 ਮਹੀਨੇ 13 ਦਿਨ ਬੈਠੇ, ਇਤਿਹਾਸ ਤੇ ਮੋਹਰ ਲੱਗਦੀ ਆ। ਕਹਿੰਦੇ ਜਦੋਂ ਗੋਬਿੰਦ ਰਾਏ ਜੀ ਦਾ ਅਵਤਾਰ ਹੋਣਾ ਸੀ ਨਾ, ਮੈਂ ਪੜ੍ਹਦਾ ਪਿਆ ਸੀ ਥੋੜੇ ਦਿਨ ਪਹਿਲਾਂ। ਕਹਿੰਦੇ ਗੋਬਿੰਦ ਰਾਏ ਜੀ ਹੇਮਕੁੰਡ ਸਾਹਿਬ ਤਪ ਕਰਦੇ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਸਾਹਿਬ ਬੈਠੇ ਤਪ ਕਰਦੇ ਸੀ। ਇਹ ਬੜੀ ਬੰਦਗੀ ਸੀ। ਤਾਂ ਫਿਰ ਮਹਾਰਾਜ ਕਹਿੰਦੇ ਨੇ ਚਿਤ ਨਾ ਭਇਓ ਹਮਰੋ ਆਵਨ ਕਹਿ। ਮਹਾਰਾਜ ਕਹਿੰਦੇ
पिछले जन्म की कथा लिखी है, अब मैं अपनी कथा बखानो, तप साधत एह विद मोहयानो। हेम कुंट पर्वत है जहां, सप्त सरंग शोभत है तहां, अब मैं अपनी कथा बखानो, चित ना भयो हमरो आवन कै। महाराज गुरु गोबिंद सिंह महाराज कहते ने, साडा मन नहीं सी करदा दुनिया ते आईए, चुभी रही सुरत प्रभ चरणन में। कहते मालक दा हुक्म हो गया तां आउणा पिया, आखो सतनाम, ਸ੍ਰੀ ਵਾਹਿਗੁਰੂ। तां आया भाई। कश्मीरी पंडित आए, महाराज तुहाडे तो बड़ा धर्मात्मा किहड़ा होएगा, दे के कुर्बानी आ हिंद धर्म की राखी लई महाराज करो किरपा। मैं बड़ी बारी कहना हुन्ना, गुरु तेग बहादुर महाराज का शहीदी दिहाड़ा गुरद्वारियां च सिख मनाउंदे ने ना, मनाउंदे ने। साडे हिंदू भरावां नूं मंदिरां विच भी मनाउणा चाहीदा, आखो सतनाम। ਸ੍ਰੀ ਵਾਹਿਗੁਰੂ। मंदिरां विच भी गुरु तेग बहादुर महाराज का शहीदी दिहाड़ा मनाउणा चाहीदा। फिर वह भी वेला याद करियो, आनंदां दी पुरी नूं घेरा पै गया, 9 महीने घेरा पैंदा, नहीं छड्डिया आनंदां दी पुरी नूं। धन मेरे कलगीधर पिता वर्गा, लखारी कोई नहीं, कवि कहंदा बाजां वालिया तेरे वर्गा लखारी कोई नहीं, तेरे वर्गा दानी कोई नहीं। आपां कहने बाबा जी 100 रुपया पर्ची कटाई है, मेरा नाम बोली, पता लगे दान कीता। भावें लाख रुपया मत्था टेक जा, तेरी भेट आई है, क्यों जी? भावें करोड़ मत्था टेक जा, तां भी तेरी भेट आई है। हुण तुसीं कहोगे बाबा जी लख मन्निया घट हो सकदा, करोड़ भी भेट आई है, मैं बड़ा दानी क्यों नहीं बन सकदा? सारियां तो बड़े दानी धन गुरु गोबिंद सिंह महाराज ने, आखो सतनाम। ਸ੍ਰੀ ਵਾਹਿਗੁਰੂ। 4 पुत दान कीते ने महाराज ने, 4 पुत। अकले पुत्रां दे दानी नहीं, सरबंस दानी ने कलगीधर पिता। बाजां वालिया तेरे वर्गा दानी कोई नहीं, तेरे वर्गा लखारी कोई नहीं। जफरनामा लिखिया, औरंगजेब ने जदों पढ़िया फतेह दी चिट्ठी जफरनामा, इतिहास कहंदा मुड़ के उठ नहीं सकिया, मर के ही खड़ा छुट्टिया औरंगजेब दा। मेरे कलगीधर पिता वर्गा त्यागी भी कोई नहीं। आनंदां दी पुरी नूं छड्ड के तुरदे ने, प्रेम वाले ते धाहा मारदी रह गए। महाराज चलियो अज, अज सिखां दा पीर आनंदपुर छड्ड चलिया, अज सिखां दा पीर आनंदपुर छड्ड चलिया, अज सिखां दा आनंदपुर छੱਡ ਚੱਲਿਆ, अज सिखां दा पीर आनंदपुर छड्ड चलिया, अज सिखां दा, अज सिखां दा पीर आनंदपुर, आनंदपुरिए तू बसदी रहो, आनंदपुरिए तू बसदी रहो। ਤੂੰ ਵਸਦੀ ਰਹੋ, ਆਨੰਦਪੁਰੀਏ ਤੂੰ ਵਸਦੀ ਰਹੋ। कह के गल अखीर आनंदपुर छड्ड चलिया, कह के गल अखीर आनंदपुर छड्ड चलिया। ਅਖੀਰ ਅਨੰਦਪੁਰ ਛੱਡ ਚੱਲਿਆ, ਕਹਿ ਕੇ ਗੱਲ ਅਖੀਰ ਅਨੰਦਪੁਰ ਛੱਡ ਚੱਲਿਆ। कह के गल अखीर आनंदपुर छड्ड चलिया। हाँ जी अज सिखां दा पीर आनंदपुर छड्ड चलिया, अज सिखां दा पीर आनंदपुर छड्ड चलिया। ਸਿੱਖਾਂ ਦਾ ਪੀਰ ਆਨੰਦਪੁਰ ਛੱਡ ਚੱਲਿਆ, अज सिखां दा पीर आनंदपुर छड्ड चलिया। अज सिखां दा पीर आनंदपुर। महाराज आनंदां दी पुरी नूं छड्ड के तुरे ने। फिर आ 15 ਕੁ ਮਿੰਟ ਦੀ 10 ਮਿੰਟ ਦੀ ਹਾਜ਼ਰੀ ਬਾਕੀ ਆ। ਮੈਨੂੰ ਕਹਿੰਦੇ ਬਾਬਾ ਜੀ 3 ਵਜੇ ਤੱਕ ਸਮਾਂ ਲਾ ਦਿਓ। ਭਾਵੇਂ ਬੋਲਿਆ ਪਹਿਲਾਂ 1 ਘੰਟਾ ਸੀ, ਪਰ ਫਿਰ ਮੈਨੂੰ ਪਿਆਰ ਵਾਲੇ ਕਹਿੰਦੇ ਬਾਬਾ ਜੀ 3 ਵਜੇ ਤੱਕ ਤੁਹਾਡਾ ਟਾਈਮ ਆ, ਆਪਾਂ ਹਾਜ਼ਰੀ ਭਰੀ ਆ। ਆਓ ਮਾਲਕ ਜੀ ਦੇ ਚਰਨਾਂ ਵਿੱਚ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਮਹਾਰਾਜ ਤੁਰੇ ਨੇ। ਸਰਸਾ ਦੇ ਕੰਢੇ ਜਾ ਟਿਕਾਣਾ ਕੀਤਾ। ਅੱਧੀ ਰਾਤ ਦਾ ਵੇਲਾ
ਦਇਆ ਸਿੰਘਾ ਭੁੱਖ ਲੱਗੀ ਆ ਭਾਈ। ਮਹਾਰਾਜ ਪ੍ਰਸ਼ਾਦੇ ਮੰਗ ਰਹੇ ਹੋ ਆ ਵੇਲੇ, 9 ਮਹੀਨੇ ਘੇਰਾ ਪੈਂਦਾ, ਕੁਝ ਨਹੀਂ ਮੰਗਿਆ ਕਦੇ, ਅੱਜ ਪ੍ਰਸ਼ਾਦੇ ਮੰਗਦੇ ਹੋ। ਮਹਾਰਾਜ ਕਹਿੰਦੇ ਪ੍ਰਸ਼ਾਦਿਆਂ ਦੀ ਭੁੱਖ ਨਹੀਂ, ਸਾਨੂੰ ਕੀਰਤਨ ਦੀ ਭੁੱਖ ਲੱਗੀ ਆ। ਆਖੋ ਸਤਨਾਮ। ਸ੍ਰੀ ਵਾਹਿ ਹਜੂਰੀਏ ਸਿੱਖ ਆਏ, ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ। ਪਰਿਵਾਰ ਵਿਛੋੜਾ ਸਾਹਿਬ ਜਾਇਓ ਮੱਥਾ ਟੇਕਣ, ਪੌੜੀਆਂ ਚੜ ਚੜ ਕੇ ਉੱਚੀ ਥਾਂ ਤੇ ਬਣਿਆ ਗੁਰਦੁਆਰਾ ਸਾਹਿਬ। ਉੱਥੇ ਲਿਖਿਆ ਇਸ ਜਗ੍ਹਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਵੀ ਕੀਰਤਨ ਕੀਤਾ। ਆਖੋ ਸਤਨਾਮ। ਸ੍ਰੀ ਵਾਹਿ 2.5 ਘੰਟੇ ਕੀਰਤਨ ਹੋਇਆ। ਇੱਕ ਪਾਸੇ ਜੰਗ ਹੁੰਦਾ ਰਿਹਾ, ਇੱਕ ਪਾਸੇ ਕੀਰਤਨ ਹੁੰਦਾ ਰਿਹਾ। ਕੀਰਤਨ ਦੀ ਸਮਾਪਤੀ ਹੋਈ। ਦਇਆ ਸਿੰਘ ਜੀ ਕਹਿੰਦੇ ਮਹਾਰਾਜ ਇਦਾਂ ਲੱਗਦਾ ਅੱਜ ਆਸਾ ਜੀ ਦੀ ਵਾਰ ਮਹਿੰਗੀ ਪੈ ਗਈ। ਮਹਾਰਾਜ ਕਹਿੰਦੇ ਨਹੀਂ। ਮਹਾਰਾਜ ਕਹਿੰਦੇ ਭਾਈ ਮਹਿੰਗੀ ਕਿਉਂ ਕਹਿਣਾ? ਕਹਿੰਦਾ ਮਹਾਰਾਜ ਇੱਕ ਪਾਸੇ ਕੀਰਤਨ ਕਰੀ ਗਏ ਹੋ, ਇੱਕ ਪਾਸੇ ਜੰਗ ਹੁੰਦਾ ਰਿਹਾ। 250-300 ਸਿੰਘ ਸ਼ਹੀਦੀਆਂ ਪਾ ਗਏ। ਲੰਘ ਜਾਂਦੇ ਤੇ 250-300 ਬਚ ਰਹਿੰਦਾ। ਆਸਾ ਜੀ ਦੀ ਵਾਰ ਮਹਿੰਗੀ ਪੈ ਗਈ ਲੱਗਦੀ ਆ। ਮਹਾਰਾਜ ਕਹਿੰਦੇ ਨਹੀਂ, ਭਾਵੇਂ ਅੱਜ ਕੋਈ ਵੀ ਨਾ ਬਚਦਾ, ਕੋਈ ਵੀ ਨਾ ਬਚਦਾ, ਆਸਾ ਜੀ ਦੀ ਵਾਰ ਤਾਂ ਵੀ ਮਹਿੰਗੀ ਨਹੀਂ ਸੀ ਪੈਣੀ। ਆਖੋ ਸਤਨਾਮ। ਸ੍ਰੀ ਵਾਹਿ ਅੱਜ ਪੂਰਨੇ ਪਾਏ ਨੇ, ਭਾਵੇਂ ਵੱਡੇ ਤੋਂ ਵੱਡਾ ਦੁੱਖ ਪੈ ਜੇ, ਸਿੱਖਾ ਆਪਣਾ ਜਾਪ ਨਾ ਭੁੱਲ ਜੀ, ਆਪਣਾ ਨੇਮ ਨਾ ਭੁੱਲ ਜਾਈ। ਮੈਂ 20 ਦਿਨ ਪਹਿਲਾਂ ਮੋਗੇ ਲਾਗੇ ਹਾਜ਼ਰੀ ਭਰ ਕੇ ਆਇਆ। ਸ਼ਾਮ ਨੂੰ ਅਸੀਂ ਪਹਿਲੇ ਦਿਨੇ ਜਦੋਂ ਗਏ 6 ਵਜੇ ਜਾ ਕੇ ਜਲ ਪਾਣੀ ਛਕਣ ਲੱਗੇ, ਪ੍ਰਬੰਧਕ ਕਹਿੰਦੇ ਬਾਬਾ ਜੀ ਸਾਡਾ ਗ੍ਰੰਥੀ ਸਿੰਘ ਆ, 1 ਘੰਟਾ ਪਹਿਲਾਂ ਇਹਦੇ ਡੈਡੀ ਦੀ ਡੈਥ ਹੋ ਗਈ। 1 ਘੰਟਾ ਪਹਿਲਾਂ 5 ਵਜੇ ਕਾਲ ਆ ਗਈ। ਕਹਿੰਦੇ ਅਸੀਂ ਕਿਹਾ ਬਾਬਾ ਜੀ ਜਾਣਾ ਹੋਣਾ। ਕਹਿੰਦਾ ਰਹਿਰਾਸ ਸਾਹਿਬ ਦਾ ਪਾਠ ਕਰਾਂਗੇ, ਦੀਵਾਨ ਵਿੱਚ ਹਾਜ਼ਰੀ ਭਰਾਂਗੇ, ਸਵੇਰੇ 5 ਬਾਣੀਆਂ ਦਾ ਨਿਤਨੇਮ ਕਰਕੇ ਫੇਰ ਜਾਵਾਂਗੇ। ਆਖੋ ਸਤਨਾਮ। ਸ੍ਰੀ ਵਾਹਿ ਇਹ ਆ ਮਾਲਕ ਦਾ ਭਾਣਾ, ਇਹ ਆ ਮਾਲਕ ਦਾ ਹੁਕਮ। ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਮਹਾਰਾਜ ਕਹਿੰਦੇ ਅੱਜ ਪੂਰਨੇ ਪਾਏ ਨੇ, ਭਾਵੇਂ ਵੱਡੇ ਤੋਂ ਵੱਡਾ ਦੁੱਖ ਪੈ ਜੇ, ਆਪਣਾ ਜਾਪ ਨਾ ਭੁੱਲੀ। ਫਿਰ ਸਰਸਾ ਨੂੰ ਮਹਾਰਾਜ ਨੇ ਪਾਰ ਕੀਤਾ, ਜਾ ਕੇ ਚਮਕੌਰ ਦੀ ਗੜੀ ਤੇ ਟਿਕਾਣਾ ਮੱਲਿਆ। ਵੱਡੇ ਸਾਹਿਬਜ਼ਾਦੇ 40 ਸਿੰਘ, 43ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ, ਕੁੱਲ ਗਿਣਤੀ 43। ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਚਾਲਾ ਪਾ ਗਏ। ਮਤਾਵਾ ਭਾਈ ਮਨੀ ਸਿੰਘ ਨਾਲ ਚਾਲੇ ਪਾ ਗਈਆਂ ਦਿੱਲੀ ਵੱਲ। ਵੱਡੇ ਸਾਹਿਬਜ਼ਾਦੇ ਪਾਰ ਲੰਘ ਗਏ। 40 ਸਿੰਘ, ਕੁੱਲ ਗਿਣਤੀ 43। 10 ਲੱਖ ਦਾ ਘੇਰਾ ਚੜ ਕੇ ਆ ਗਿਆ। 10 ਲੱਖ ਦਾ। ਆ ਸੁਣਿਓ, ਮਹਾਰਾਜ ਨੇ 8-8 ਸਿੰਘਾਂ ਦੇ ਜਥੇ ਬਣਾ ਕੇ ਘੱਲੇ। ਕਦੇ ਮਨ ਵਿੱਚ ਸੋਚਿਓ 5 ਸਿੰਘਾਂ ਦਾ ਜਥਾ ਕਿਉਂ ਨਹੀਂ ਬਾਹਰ ਘੱਲਿਆ ਬਈ? 10 ਸਿੰਘਾਂ ਦਾ, 15 ਦਾ, 20 ਦਾ ਜਥਾ ਕਿਉਂ ਨਹੀਂ ਬਾਹਰ ਘੱਲਿਆ? ਕੇਵਲ 8 ਕਿਉਂ ਘੱਲੇ? ਜਿਹੜਾ ਬਚਨ ਭਾਈ ਜੈਤੇ ਨਾਲ ਕਰਿਆ ਸੀ ਨਾ, ਜਦੋਂ ਭਾਈ ਜੈਤਾ ਦਿੱਲੀ ਤੋਂ ਸੀਸ ਲੈ ਕੇ ਆਇਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਦਾ, ਮਹਾਰਾਜ ਨੇ ਬਚਨ ਕੀਤਾ ਸੀ, गिदड़ों से मैं शेर बनाऊं, 1.25 लाख से एक लड़ाऊं, तबे गोबिंद सिंह नाम कहाऊं। 10 ਲੱਖ ਦਾ ਘੇਰਾ ਬਾਹਰ ਜਾਂਦੇ ਨੇ 8, 1.25 ਲੱਖ ਹੁੰਦਾ। ਆਖੋ ਸਤਨਾਮ। ਸ੍ਰੀ ਵਾਹਿ ਇੱਥੇ ਇਹ ਵੀ ਬੇਨਤੀ ਕਰਦੇ ਆ, ਵੋਟਾਂ ਵਾਲੇ ਦਿਨ ਨੇ ਨੇੜੇ ਆ ਰਹੇ। ਕਿਵੇਂ ਲੀਡਰ ਫਿਰਦੇ ਨੇ, ਬਾਂਦਰ ਟਪੂਸੀਆਂ ਜੀਆਂ ਮਾਰਦੇ ਭਾਈ ਫਿਰਦੇ ਨੇ ਨਾ ਪਿੰਡਾਂ ਵਿੱਚ, ਕਿਵੇਂ ਰੈਲੀਆਂ ਵਿੱਚ। ਆ ਸਾਡੇ ਕਈ ਨੌਜਵਾਨ ਮੋਟਰਸਾਈਕਲ ਚੁੱਕੀ ਇਦਾਂ ਫਿਰਦੇ ਨੇ ਕਮਲੇ ਹੋਏ। ਮੈਂ ਜੀਟੀ ਰੋਡ ਤੋਂ ਲੰਘ ਰਿਹਾ ਸੀ, ਅੱਗੇ ਮੋਟਰਸਾਈਕਲ 250-300, ਪਿੱਛੇ ਲੀਡਰ। ਸਾਡੀ ਗੱਡੀ ਇੱਕ ਪਾਸੇ, ਕਹਿੰਦੇ ਲੰਘ ਜਾਣ ਦੋ ਲੀਡਰ ਨੂੰ। ਮੈਂ ਕਿਹਾ ਸਾਡਾ ਕੀ ਲੱਗਦਾ, ਸਾਡਾ ਕੀ ਲੱਗਦਾ ਭਾਈ? ਮੈਂ ਕਿਹਾ ਰੋਕੋ ਗੱਡੀ, ਆ ਜਿਹੜੀ ਟ੍ਰੈਫਿਕ ਖੜੀ ਆ ਲੰਘਾਓ ਸਾਰਿਆਂ ਨੂੰ ਪਹਿਲਾਂ। ਹੁਣ ਤੱਕ ਭੰਬਲ ਭੂਸਾ ਪਾਇਆ, ਸਾਨੂੰ ਕਮਲੇ ਬਣਾਇਆ ਲੀਡਰਾਂ ਨੇ ਹੁਣ ਤੱਕ। ਮੈਂ ਇਹ ਵੀ ਬੇਨਤੀ ਕਰਦੇ ਆ, ਜਿਹੜੇ ਰਾਹੇ ਭਾਈ ਜੈਤਾ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਲੈ ਕੇ ਆਇਆ ਸੀ, 750 ਕਿਸਾਨਾਂ ਦੀਆਂ ਡੈੱਡ ਬੋਡੀਆਂ ਦਿੱਲੀ ਤੋਂ ਉਸੇ ਰਾਹੇ ਆਈਆਂ ਨੇ, ਭੁੱਲ ਨਾ ਜਾਇਆ ਕਰੋ। ਆਖੋ ਸਤਨਾਮ। ਸ੍ਰੀ ਵਾਹਿ ਸਾਡੇ ਕੀ ਲੱਗਦੇ ਨੇ ਭਾਈ? ਭੁੱਲ ਨਾ ਜਾਇਓ ਕਿਵੇਂ ਮੋਟਰਸਾਈਕਲ ਚੁੱਕੀ ਫਿਰਦੇ ਨੇ ਭੱਜੇ ਕਮਲਿਆਂ ਵਾਂਗ। ਓਏ ਸੋਚੋ ਭਾਈ ਕੁਝ। 1 ਸਾਲ ਰੁਲਦੇ ਰਹੇ ਆ ਦਿੱਲੀ ਬਾਰਡਰਾਂ ਤੇ,
ਭੱਜ ਲਏ ਵੋਟਾਂ ਪਿੱਛੇ ਕਮਲੇ ਹੋ ਕੇ, ਕਾਦੇ ਲਈ ਬਈ? ਸਬਰ ਰੱਖਿਆ ਕਰੋ। ਜਿਵੇਂ ਜਿਵੇਂ ਵੋਟਾਂ ਗਈਆਂ, ਕੀ ਪਤਾ ਮਾਲਕ ਦਾ ਕਿਹੜਾ ਹੁਕਮ ਹੋਣਾ, ਕਿੱਧਰ ਵੋਟ ਪੈਣੀ ਆ। ਸਬਰ ਕਰੋ, ਕੁਝ ਰੁਕੋ, ਆ ਜਾਏਗਾ ਸਮਾਂ। ਜਿਹਨੂੰ ਵੋਟ ਪਾਉਣੀ ਆ ਪੈ ਜਾਣੀ ਆਪਣੇ ਆਪ। ਇਹਨਾਂ ਮਗਰ ਕਮਲੇ ਨਾ ਹੋਇਆ ਕਰੋ। ਮੈਂ ਇਹ ਵੀ ਬੇਨਤੀ ਕਰਦੇ ਆ, ਉਸੇ ਰਾਹੇ 750 ਕਿਸਾਨਾਂ ਦੀਆਂ ਡੈੱਡ ਬੋਡੀਆਂ ਆਈਆਂ ਨੇ। ਆ ਮੋਦੀ ਦਾ ਕਾਫਲਾ 15 ਮਿੰਟ ਰੁਕਿਆ, ਕੀ ਨੇਰੀ ਆ ਗਈ, ਕੀ ਨੇਰੀ ਆ ਗਈ ਭਾਈ। ਅਸੀਂ ਦਿੱਲੀ ਜਾਂਦੇ ਆ, 4-4 ਘੰਟੇ ਜਾਮ ਵਿੱਚ ਖੜਨਾ ਪੈ ਜਾਂਦਾ, ਕੀ ਹੋ ਗਿਆ ਫਿਰ? 15 ਮਿੰਟ ਜੇ ਖੜ ਗਿਆ, ਜਾਮ ਲੱਗ ਗਿਆ, ਨੇਰੀ ਕੀ ਆ ਗਈ? ਬੰਦਾ ਹੀ ਆ ਨਾ। ਮੈਂ ਕਿਤੇ ਇਦਾਂ ਹਾਜ਼ਰੀ ਭਰਨੀ ਸੀ, ਕਹਿੰਦੇ ਗਿਆਨੀ ਜੀ ਆ ਗਏ। ਮੈਂ ਕਿਹਾ ਬਿਠਾ ਲਓ, ਰਾਗੀ ਸਿੰਘ ਸ਼ਬਦ ਪੜ੍ਹਦੇ ਨੇ, ਪੜ੍ਹ ਲੈਣ ਦੋ ਫਿਰ। ਕਹਿੰਦੇ ਹੈੱਡ ਗ੍ਰੰਥੀ ਆ ਜੀ ਦਰਬਾਰ ਸਾਹਿਬ ਦਾ। ਮੈਂ ਕਿਹਾ ਹੈ ਤੇ ਬੰਦਾ ਹੀ ਆ, ਉਹਨਾਂ ਨੂੰ ਸ਼ਬਦ ਪੂਰਾ ਕਰ ਲੈਣ ਦੋ, ਗੁਰੂ ਘਰ ਦੇ ਕੀਰਤਨੀਏ ਨੇ। ਕੀ ਹੁੰਦਾ? ਭਾਵੇਂ ਕੋਈ ਹੈੱਡ ਗ੍ਰੰਥੀ ਆ, ਭਾਵੇਂ ਕੋਈ ਹੈੱਡ ਰਾਗੀ ਆ, ਹੈ ਤੇ ਬੰਦਾ ਹੀ ਆ। ਭਾਈ ਮੋਦੀ ਵੀ ਰੱਬ ਨਹੀਂ ਕੋਈ, ਬੰਦਾ ਹੀ ਆ। ਜੇ 15 ਮਿੰਟ ਖੜ ਗਿਆ, ਡਟ ਕੇ ਬੋਲਿਆ ਕਰੋ, ਕੀ ਨੇਰੀ ਆ ਗਈ। ਕਿੱਥੇ ਤੱਕ ਖਬਰਾਂ ਪਹੁੰਚ ਗਈਆਂ, ਇਹ ਜੀ ਅੱਤਵਾਦੀ ਨੇ ਮਰਨ ਮਰਾਉਣ ਤੱਕ ਜਾਂਦੇ ਨੇ, ਕਾਦੇ ਲਈ? ਅਸੀਂ ਅੰਦਰੋਂ ਖਾਲੀ ਆ, ਖਿਮਾ ਕਰਿਓ ਭਾਈ। ਦਿਨਾਂ ਵਿੱਚ ਭੁੱਲ ਜਾਂਦੇ ਆ ਸਾਰਾ ਕੁਝ। 1 ਸਾਲ ਬਾਰਡਰਾਂ ਤੇ ਰੁਲਿਆ। ਅਸੀਂ ਕਈ ਵਾਰੀ ਜਾ ਕੇ ਧਰਨੇ ਵਿੱਚ ਹਾਜ਼ਰੀ ਭਰ ਕੇ ਆਏ ਆ, ਕਈ ਵਾਰੀ। ਆ ਭਰਾ ਮੇਰਾ ਛੋਟਾ ਕਈ ਦਿਨ ਉੱਥੇ ਰਹਿੰਦਾ ਰਿਹਾ। ਆ ਮੇਰਾ ਸਿੰਘ ਬੈਠਾ ਪਿੱਛੇ ਚਿਮਟਾ ਵਜਾਉਂਦਾ, ਇਹਦਾ ਡੈਡੀ 9 ਮਹੀਨੇ ਉੱਥੇ ਰਿਹਾ ਬਾਰਡਰ ਤੇ। ਭਾਈ ਦੁੱਖ ਥੋੜੇ ਨਹੀਂ ਝੱਲੇ ਆਪਾਂ, ਯਾਦ ਰੱਖਿਆ ਕਰੋ। ਜਿਨ੍ਹਾਂ ਦੇ ਪਰਿਵਾਰ ਦੇ ਜੀ ਤੁਰ ਗਏ, ਧਾਹਾਂ ਮਾਰ ਹੁੰਦੇ ਨੇ, ਭੁੱਲਿਆ ਨਾ ਕਰੋ ਭਾਈ। 10 ਲੱਖ ਦਾ ਘੇਰਾ, ਬਾਹਰ ਜਾਂਦੇ ਨੇ 8, ਸਵਾ ਲੱਖ ਨੂੰ, ਇੱਕ ਨੂੰ ਸਵਾ ਲੱਖ ਆਉਂਦਾ। ਬਾਬਾ ਅਜੀਤ ਸਿੰਘ ਜੀ ਗਏ, ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦੀ ਪਾ ਗਏ। ਬਾਬਾ ਅਜੀਤ ਸਿੰਘ ਤੀਜੇ ਜਥੇ ਨਾਲ ਗਏ ਸੀ। ਮਹਾਰਾਜ ਨੇ ਆਪ ਘੋੜਾ ਤਿਆਰ ਕੀਤਾ ਸੀ, ਆਪ। ਵਾਹਿਗੁਰੂ ਵਾਹਿਗੁਰੂ। ਮਹਾਰਾਜ ਨੇ ਆਪ ਘੋੜਾ ਤਿਆਰ ਕੀਤਾ, ਸ਼ਹੀਦੀ ਗਾਨੇ ਬੰਨੇ। ਦਇਆ ਸਿੰਘ ਜੀ ਵਧਾਈਆਂ ਦਿਓ, ਵਧਾਈਆਂ। ਜਾਏਗਾ ਅਜੀਤ ਸਿੰਘ ਵਿਆਹ ਕੇ ਲਿਆਏਗਾ ਲਾੜੀ ਮੌਤ ਨੂੰ। ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦੀ ਪਾਉਂਦੇ ਨੇ। ਯੋਗੀ ਅੱਲਾ ਯਾਰ ਖਾਂ ਲਿਖਦਾ, 392 ਖੱਟ ਫੱਟ ਖਾ ਕੇ ਧਰਤੀ ਤੇ ਡਿੱਗਿਆ ਬਾਬਾ ਅਜੀਤ ਸਿੰਘ ਜੀ। ਮਹਾਰਾਜ ਨੇ ਗੱਜ ਕੇ ਜਕਾਰਾ ਲਾਇਆ, ਆਓ। ਮਹਾਰਾਜ ਹੇਠਾਂ ਆਏ। ਬਾਬਾ ਜੁਝਾਰ ਸਿੰਘ ਜੀ ਗਲ ਵਿੱਚ ਪੱਲਾ ਪਾਇਆ, ਮਹਾਰਾਜ ਮੈਨੂੰ ਵੀ ਆਗਿਆ ਦਿਓ, ਪੁੱਤਰਾਂ ਵਾਲੇ ਬੈਠੇ ਹੋ। ਜੇ ਵੱਡਾ ਕੈਨੇਡਾ ਜਾਂਦਾ, ਛੋਟਾ ਵੀ ਰੋਲਾ ਪਾ ਕੇ ਬਹਿ ਜਾਂਦਾ। ਮੇਰਾ ਵੀ ਵੀਜ਼ਾ ਲਗਵਾਓ, ਕਰੋ 20 ਲੱਖ ਤਿਆਰ। ਧੰਨ ਮੇਰੇ ਕਲਗੀਧਰ ਪਿਤਾ ਦੇ ਲਾਲ। ਕਹਿੰਦੇ ਪਿਤਾ ਜੀ ਮੈਨੂੰ ਵੀ ਆਗਿਆ ਦਿਓ। ਬਾਬਾ ਜੁਝਾਰ ਸਿੰਘ ਫਿਰ ਮੈਦਾਨੇ ਜੰਗ ਵਿੱਚ ਗਏ, ਜੂਝ ਕੇ ਸ਼ਹੀਦੀ ਪਾਈ। ਮੇਰੇ ਕਲਗੀਧਰ ਪਿਤਾ ਨੇ ਤਾਂ ਵੀ ਗੱਜ ਕੇ ਜਕਾਰਾ ਲਾਇਆ, ਆਓ। ਇੰਨੀ ਕੁ ਹਾਜ਼ਰੀ ਹੁਣ ਫਿਰ ਪ੍ਰਵਾਨ ਕਰਿਓ। ਰਹਿੰਦੀਆਂ ਵਿਚਾਰਾਂ, ਕਿਉਂਕਿ ਜਿਹੜਾ ਸਮਾਂ ਆਪਣੀ ਚਾਲੇ ਚੱਲ ਜਾਂਦਾ ਹੁੰਦਾ, ਸਮਾਂ ਇਹ ਕਦੇ ਰੁਕਦਾ ਨਹੀਂ। ਰਹਿੰਦੀਆਂ ਵਿਚਾਰਾਂ ਕਦੇ ਫੇਰ ਕਿਵੇਂ ਮੇਰੇ ਕਲਗੀਧਰ ਪਿਤਾ ਫਿਰ ਛੱਡ ਕੇ ਤੁਰੇ ਚਮਕੌਰ ਦੀ ਗੜੀ ਨੂੰ। ਮਹਾਰਾਜ ਕਹਿੰਦੇ ਤਾੜੀ ਮਾਰ ਕੇ ਜਾਣਾ, ਡਰ ਕੇ ਨਹੀਂ ਜਾਣਾ। ਮਹਾਰਾਜ ਆਪ ਤਾੜੀ ਮਾਰ ਕੇ ਤੁਰੇ। ਇੱਕ ਸਿੰਘ ਦੀ ਡਿਊਟੀ ਲਾਈ, ਕਹਿੰਦੇ ਨਗਾਰਾ ਵਜਾਈ ਚੱਲੀ। ਜ਼ਾਲਮਾਂ ਨੂੰ ਪਤਾ ਰਵੇ, ਖਬਰ ਰਵੇ ਵੀ ਅਜੇ ਅੰਦਰ ਹੈਗੇ ਨੇ। ਆਖੋ ਸਤਨਾਮ, ਅਜੇ ਮੁੱਕੇ ਨਹੀਂ। ਮਹਾਰਾਜ ਕਹਿੰਦੇ ਤੂੰ ਨਗਾਰਾ ਵਜਾਈ ਜਾਈ। ਮਹਾਰਾਜ ਤਾੜੀ ਮਾਰ ਕੇ ਤੁਰੇ। ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ। ਆਓ ਰਹਿੰਦੀਆਂ ਵਿਚਾਰਾਂ ਕਦੇ ਫੇਰ ਸਾਂਝ ਪਾਵਾਂਗੇ। ਬੜਾ ਤੁਸੀਂ ਇਕਾਗਰਤਾ ਨਾਲ ਬਹਿ ਕੇ ਲਾਹਾ ਲਿਆ। ਮੈਨੂੰ 3 ਵਜੇ ਤੱਕ ਹੁਕਮ ਸੀ ਹਾਜ਼ਰੀ ਭਰਨ ਦਾ। ਆਓ ਸਾਰੀ ਆਈ ਸੰਗਤ ਦਾ ਧੰਨਵਾਦ ਕਰਾਂ, ਸਾਰੇ ਗੁਰਮੁਖ ਜਨਾਂ ਦਾ, ਸਾਰੇ ਪ੍ਰਬੰਧਕ ਜਨਾਂ ਦਾ, ਪ੍ਰਧਾਨ ਜੀ ਹੋਰਾਂ ਦਾ। ਮੈਂ ਇੱਥੇ ਬਰਨਾਲੇ ਹਾਜ਼ਰੀ ਭਰਨ ਆਇਆ ਸੀ, ਉੱਥੇ ਹੀ ਆ ਪਰਿਵਾਰ ਵਾਲੇ ਬੈਠੇ ਨੇ, ਇਹਨਾਂ ਦੇ ਘਰ ਕੋਠੀ ਦਾ ਮਹੂਰਤ ਸੀ, ਉੱਥੇ ਹੀ ਮੈਨੂੰ ਮਿਲੇ ਸੀ ਇਹ ਪ੍ਰਧਾਨ ਜੀ ਹੋਣੀ। ਉੱਥੇ ਹੀ ਤਰੀਕ ਪੱਕੀ ਕੀਤੀ ਇਹਨਾਂ ਨੇ। ਫਿਰ 3 ਮਹੀਨੇ ਪਹਿਲਾਂ ਮੈਂ ਆਇਆ ਸੀ। ਆਓ
ਮਹਾਰਾਜ ਸਾਡਾ ਆਉਣਾ ਬਹਿਣਾ ਪ੍ਰਵਾਨ ਕਰਨ। ਆਖਰੀ ਧਾਰਨਾ ਗੱਜ ਕੇ ਪੜਿਓ, ਸਾਈਆਂ ਤੂੰ ਮੁਖੜਾ ਨਾ ਮੋੜੀ। ਫਿਰ ਨਾਲ ਦੀ ਨਾਲ ਫਤਿਹ ਬੁਲਾ ਦੇਾਂਗੇ। ਜੀ ਮੁਖ ਦੁਨੀਆ ਮੋੜ ਲਵੇ, ਇੱਕ ਤੂੰ ਮੁਖੜਾ ਨਾ ਮੋੜੀ। ਮੋੜੀ ਮੁਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ। ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ। ਹਾਂ ਮੁਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ। ਪੜੋ ਜੀ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਬਜਾਇਆ ਕਰ। ਇੱਕ ਤੂੰ ਮੁਖੜਾ ਨਾ ਮੋੜੀ, ਸਾਈਆਂ ਤੂੰ ਮੁਖੜਾ ਨਾ ਮੋੜੀ। ਮੁਖੜਾ ਨਾ ਮੋੜੀ, ਤੂੰ ਮੁਖੜਾ ਨਾ ਮੋੜੀ। ਹਾਂ ਮੁਖੜਾ ਨਾ ਮੋੜੀ, ਮੁਖੜਾ ਨਾ। ਸਾਡੀ ਲੱਗੀ ਪਰੀਤੀ, ਹਾਂ ਲੱਗੀ ਪਰੀਤੀ ਨੂੰ, ਸਾਡੀ ਲੱਗੀ ਪ੍ਰੀਤੀ ਨੂੰ, ਲੱਗੀ ਪਰੀਤੀ ਨੂੰ। ਲੱਗੀ ਪ੍ਰੀਤੀ ਨੂੰ, ਲੱਗੀ ਪ੍ਰੀਤੀ ਨੂੰ। ਸਾਡੀ ਲੱਗੀ ਪਰੀਤੀ ਨੂੰ, ਸਾਈਆਂ ਤੂੰ ਐਵੇਂ ਨਾ ਲੱਗੀ ਪਰੀਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ। ਲੱਗੀ ਪ੍ਰੀਤੀ ਨੂੰ, ਸਾਈਆਂ ਤੂੰ ਐਵੇਂ ਨਾ ਲੱਗੀ ਪਰੀਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ। ਬੋਲੋ ਜੀ ਲੱਗੀ, ਸਾਈਆਂ ਤੂੰ ਐਵੇਂ ਨਾ, ਸਾਡੀ ਲੱਗੀ ਪਰੀਤੀ, ਸਾਈਆਂ ਤੂੰ ਐਵੇਂ ਨਾ। ਮੁਖ ਦੁਨੀਆ ਮੋੜ ਲਵੇ, ਦੁਨੀਆ ਮੋੜ ਲਵੇ, ਦੁਨੀਆ ਮੋੜ ਲਵੇ, ਦੁਨੀਆ ਮੋੜ ਲਵੇ। ਗੱਜ ਕੇ ਦੁਨੀਆ ਮੋੜ ਲਵੇ। ਮੁਖ ਦੁਨੀਆ ਮੋੜ ਲਵੇ, ਇੱਕ ਤੂੰ ਮੁਖੜਾ ਨਾ ਮੋੜੀ। ਮੁਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ। ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ, ਦੁਨੀਆ ਮੋੜ ਲਵੇ। ਸਾਈਆਂ ਤੂੰ ਮੁਖੜਾ ਨਾ ਮੋੜੀ। ਮੁਖ ਸਾਈਆਂ ਤੂੰ ਮੁਖੜਾ ਨਾ ਮੋੜੀ। ਮੁਖ ਦੁਨੀਆ ਮੋੜ ਲਵੇ, ਮੁਖੜਾ ਨਾ ਮੋੜੀ। ਹਾਂਜੀ ਬਿਸਰ ਨਾਹੀਂ ਦਾਤਾਰ ਆਪਣਾ ਨਾਮ, ਦੇਵੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋ ਏਓ। ਆਓ ਜੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਹੋਈਆਂ तमाम ਭੁੱਲਾਂ ਦੀ ਖਿਮਾ। ਸਰਬੱਤ ਸੰਗਤ ਦਾ ਧੰਨਵਾਦ ਕਰਾਂ, ਸਾਰੇ ਪ੍ਰਬੰਧਕ ਜਨਾਂ ਦਾ ਧੰਨਵਾਦ ਕਰਾਂ, ਸਾਊਂਡ ਵਾਲੇ ਵੀਰ ਦਾ ਵੀ ਧੰਨਵਾਦ ਕਰਾਂ, ਵੀਡੀਓ ਵਾਲੇ ਵੀਰ ਦਾ ਵੀ ਧੰਨਵਾਦ ਕਰਾਂ। ਸਭ ਤੋਂ ਵੱਧ ਕੋਟਾਨ ਕੋਟਾਨ ਸ਼ੁਕਰਾਨਾ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ। ਸਾਰੇ ਆਖੋ ਜੀ ਨਾਨਕ ਨਾਮ ਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।